ਪ੍ਰਾਪਤ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਜਬ ਲਓ ਨਹੀਂ ਭਾਗ ਲਿਲਾਰ ਉਦੈ, ਤਬ ਲਓ ਭ੍ਰਮ ਤੇ ਫਿਰਤੇ ਬਹੁ ਤਾਹਿਓ। कल घोर समुंदर में बूढ़त थे, कबहू मिट है नहीं रे पछतायो। तत विचार जिह मथरा, जग तारन को अवतार बनायो। जपियो जिन अर्जन देव गुरु, फिर संकट जो न गर्भ न आयो। जाओ ताओ प्रेम खेलन का चाओ, सिर धर तली गली मेरी आओ। इत मार्ग पैर तरीचै, सिर दीचै कान ना कीजै। हर एक निरंजन गाइयै, सब अंतर सोई। करन कारण समरथ प्रभ, जो करे सो होई। खिन मह थाप उथाप दा, तिस बिन नहीं कोई। खंड ब्रह्मांड पाताल दीप, रविया सब लोई। जिस आप बुझाए सो बुझसी, निर्मल जन सोई। तू चाओ सजन मैडिया, देई सिस उतार। नैन महिंजे तरस दे, कद पसी दीदार। नैन महिंजे तरस दे, कद पसी दीदार। वाहिगुरु साहिब जी। सलोक बसंत स्वर्ग लुकहे, जित ते पृथ्वी नव खंडन है। बिसरंत हर गोपाल है, नानक ते प्राणी उद्यान भरमण है। कौतक कूड़ तमासिया, चित न आवस नाओ। नानक कूड़ी नरक बराबरे, उजड़ सोई थाओ। बसंत स्वर्ग लुक है, जित ते पृथ्वी नव खंडन है। वाहिगुरु जी का खालसा, वाहिगुरु जी की फतेह। पतित पावन भगत वत्सल, करुणा निदान,
ਜੁਗੋ ਜੁਗ ਅਟਲ। ਚਵਰ ਛਤਰ ਤਖਤ ਦੇ ਮਾਲਕ, ਗਰੀਬ ਨਵਾਜ ਅੰਤਰਜਾਮੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਅਪਾਰ ਕਿਰਪਾ ਹੋ ਰਹੀ ਹੈ। ਪਿਆਰ ਵਾਲੇ ਗੁਰਸਿੱਖ ਮਾਈ ਭਾਈ, ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਹਾਜ਼ਰੀਆਂ ਭਰ ਰਹੇ ਹੋ। ਮਹਾਰਾਜ ਸਾਹਿਬ ਜੀ ਦੇ ਦਰਸ਼ਨ ਦੀਦਾਰ, ਗੁਰਬਾਣੀ ਦਾ ਕੀਰਤਨ ਸੁਣ ਕਰਕੇ ਬੇਅੰਤ ਲਾਹਾ ਪ੍ਰਾਪਤ ਕੀਤਾ ਹੈ। ਮਹਾਰਾਜ ਜੀ ਦੇ ਬਚਨ ਹਨ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਕਲਯੁਗ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਵਡਿਆਈ ਹੈ ਬਹੁਤ ਉੱਚੀ ਹੈ, ਬਹੁਤ ਵੱਡੀ ਹੈ। ਜਿਹੜਾ ਵੀ ਗੁਰਸਿੱਖ ਮਾਈ ਭਾਈ ਸ਼ਰਧਾ ਦੇ ਨਾਲ ਕੀਰਤਨ ਨੂੰ ਕਰਦਾ ਹੈ, ਸੁਣਦਾ ਹੈ, ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਬਹੁਤ ਵੱਡਾ ਫਲ ਮਿਲਦਾ ਹੈ। ਜੋ ਅੰਮ੍ਰਿਤ ਵੇਲੇ ਗਰੀਬ ਨਵਾਜ ਤਖਤ ਤੇ ਸੁਭਾਏਮਾਨ ਹੁੰਦਿਆਂ ਹੋਇਆਂ ਪਾਵਨ ਸ਼੍ਰੀ ਮੁਖਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਸ ਦੀ ਵਿਚਾਰ ਆਪਾਂ ਕਰਨੀ ਹੈ। ਦੀਨ ਦੁਨੀਆ ਦੇ ਵਾਲੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਹਨ, ਹਰ ਕੀਆ ਕਥਾ ਕਹਾਣੀਆਂ ਗੁਰਮੀਤ ਸੁਣਾਈਆ, ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ। ਜਿਹੜੇ ਗੁਰਸਿੱਖ ਮਾਈ ਭਾਈ ਗਰੀਬ ਨਵਾਜ ਕਹਿੰਦੇ ਭਾਈ ਗੁਰੂ ਨਾਨਕ ਦੇ ਘਰ ਦੀਆਂ ਵਾਰਤਾਵਾਂ, ਅਕਾਲ ਪੁਰਖ ਵਾਹਿਗੁਰੂ ਦੀਆਂ ਸਿਫਤਾਂ ਕਰਦੇ ਨੇ, ਮੈਂ ਉਹਨਾਂ ਸਿੱਖਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ। ਦੀਨ ਦੁਨੀਆ ਦੇ ਵਾਲੀ, ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਪਾਕ ਰਚਨਾ ਤੋਂ ਆਏ ਹੋਏ ਮੁਖਵਾਕ ਆਪ ਸੰਗਤਾਂ ਨੇ ਸੁਣਨਾ ਕੀਤਾ ਹੈ। ਗੁਰੂ ਚਰਨਾਂ ਅੰਦਰ ਮਨ ਦੀਆਂ ਬਿਰਤੀਆਂ ਨੂੰ ਜੋੜੀਏ, ਪਾਵਨ ਸ਼੍ਰੀ ਮੁਖਵਾਕ ਦੀ ਕਥਾ ਸਰਵਣ ਕਰੀਏ, ਉਚਾਰਨ ਕਰੀਏ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ। ਸ਼ਲੋਕ ਬਸੰਤ ਸਵਰਗ ਲੋਕਹੇ, ਜਿਤ ਤੇ ਪ੍ਰਿਥਵੀ ਨਵ ਖੰਡਨ ਹੈ। ਗੁਰੂ ਅਰਜਨ ਸਾਹਿਬ ਕਿਰਪਾ ਕਰਦੇ ਨੇ ਕਿ ਇੰਨੀ ਸ਼ਕਤੀ ਵਾਲਾ, ਇੰਨੀ ਬਲ ਵਾਲਾ, ਤਾਕਤ ਵਾਲਾ ਮਨੁੱਖ ਹੈ। 9 ਖੰਡਨ ਹੈ, ਜਿਨਨੇ 9 ਖੰਡਾਂ ਦੇ ਅੰਦਰ ਜਿੱਤ ਪ੍ਰਾਪਤ ਕੀਤੀ ਹੈ। ਇੰਨੇ ਤਕੜਾ ਬਲ ਹੈ, ਸ਼ਕਤੀ ਹੈ ਕਿ ਸਵਰਗ ਲੋਕ ਦੇ ਜਿੰਨੇ ਸੁੱਖ ਹਨ ਉਹਨਾਂ ਨੂੰ ਵੀ ਬਸੰਤ ਆਪਣੇ ਵਸੀਕਾਰ ਕੀਤਾ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਦੇ ਨੇ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ। ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ। ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ। ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ 4 ਯੁੱਗਾਂ ਦੀ ਉਮਰ ਹੋ ਜਾਵੇ, ਇਸ ਤੋਂ ਇਲਾਵਾ 8 ਯੁੱਗਾਂ ਦੀ ਉਮਰ ਹੋ ਜਾਵੇ ਤੇ 9 ਖੰਡਾਂ ਦੇ ਅੰਦਰ ਰਾਜ ਭਾਗ ਚੱਲਦਾ ਹੋਵੇ, ਹੁਕਮ ਚੱਲਦਾ ਹੋਵੇ, ਪਰ ਜੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਹੀਂ, ਮਿਹਰ ਨਹੀਂ, ਜੇ ਤਿਸ ਨਦਰ ਨਾ ਆਵਈ, ਜੇ ਉਹਦੀ ਕਿਰਪਾ ਨਾ ਹੋਈ
ਬਾਤ ਨਾ ਪੁੱਛੈ ਕਿ ਤੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ। ਤੇ ਗਰੀਬ ਨਵਾਜ ਕਹਿੰਦੇ ਨੇ, ਜਿਤ ਤੇ ਪ੍ਰਿਥਵੀ ਨਵ ਖੰਡਨ ਹੈ, 9 ਖੰਡਾਂ ਵਾਲੀ ਧਰਤੀ ਤੇ ਰਾਜ ਭਾਗ ਹੋਵੇ, ਤੇ ਸਵਰਗ ਦੇ ਸਾਰੇ ਸੁੱਖਾਂ ਨੂੰ ਮਾਣਦਾ ਹੋਵੇ। ਬਸੰਤ ਹਰ ਗੋਪਾਲਹਿ, ਬਿਸਰੰਤ ਹਰ ਗੋਪਾਲਹਿ। ਗੋ ਨਾਮ ਧਰਤੀ ਦਾ ਪਲ ਹੈ, ਨਾਮ ਜੋ ਪਾਲਣਾ ਕਰਨ ਵਾਲਾ ਹੈ। ਐਸੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਦਵੇ। ਨਾਨਕ ਤੇ ਪ੍ਰਾਣੀ ਉਦਿਆਨ ਪਰਮਣਹਿ। ਗੁਰੂ ਅਰਜਨ ਸਾਹਿਬ ਕਿਰਪਾ ਕਰਦੇ ਨੇ, ਉਹ ਜਿਹੜਾ ਮਨੁੱਖ ਹੈ ਜਿਹਦੇ ਪਾਸ 9 ਖੰਡਾਂ ਦਾ ਰਾਜ ਹੈ, ਪਰ ਵਾਹਿਗੁਰੂ ਨੂੰ ਭੁੱਲ ਬੈਠਾ ਹੈ। ਤੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਬੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ। ਖਿਨਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ, ਵਿੱਚ ਨਾ ਕੋਈ ਕਰ ਸਕੈ ਕਿਸ ਤੈ ਰੋਵੈ ਰੋਜ। ਕੀਤਾ ਕਿਛੂ ਨਾ ਹੋਵੇ ਲਿਖਿਆ ਤੁਰ ਸੰਜੋਗ, ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਬਿਯੋਗ। ਨਾਨਕ ਕੋ ਪ੍ਰਭ ਰਾਖ ਲਹਿ ਮੇਰੇ ਸਾਹਿਬ ਬੰਦੀ ਮੋਚ। ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਸੰਸਾਰ ਦੇ ਸੁੱਖਾਂ ਦੇ ਵਾਸਤੇ, ਵਿਕਾਰਾਂ ਨੂੰ ਭੋਗਣ ਵਾਸਤੇ ਪਰਮੇਸ਼ਰ ਨੂੰ ਭੁੱਲ ਬੈਠਦਾ ਹੈ। ਦੁਨੀਆ ਦੇ ਵਿਕਾਰ, ਦੁਨੀਆ ਦੇ ਸੁੱਖ ਜਿਹੜੇ ਹਨ, ਇੱਕ ਛਿਨ ਵਿੱਚ ਨਾਸ ਹੋ ਜਾਂਦੇ ਨੇ। ਤੇ ਗਰੀਬ ਨਵਾਜ ਕਹਿੰਦੇ, ਭਾਈ ਜਿਹੜਾ ਪਰਮਾਤਮਾ ਤੋਂ ਦੂਰ ਹੋ ਜਾਂਦਾ ਹੈ, ਨਾ ਤੇ ਉਹਨੂੰ ਲੋਕ ਦੇ ਅੰਦਰ ਸੁੱਖ ਮਿਲਦਾ ਹੈ, ਨਾ ਪਰਲੋਕ ਦੇ ਅੰਦਰ। ਨਾਨਕ ਤੇ ਪ੍ਰਾਣੀ, ਪ੍ਰਾਣੀ ਨਾਮ ਜੀਵ ਦਾ ਉਦਿਆਨ, ਜੁਨਾ ਰੂਪੀ ਉਦਿਆਨ ਬਈਆਬਾਨ ਅੰਦਰ ਭਰਮਣੈ ਭਟਕਦਾ ਹੈ। ਉਦਿਆਨ ਨਾਮ ਸੰਸਾਰ ਰੂਪੀ ਕਹਿੰਦੇ ਜੰਗਲ ਦੇ ਅੰਦਰ ਭਟਕਦਾ ਹੈ। ਜੁਨੀਆਂ ਰੂਪੀ ਉਦਿਆਨ ਬਈਆਬਾਨ ਦੇ ਅੰਦਰ ਭਟਕਦਾ ਹੈ। ਕੌਤਕ ਕੋੜਤ ਮਾਸਿਆ, ਚਿਤ ਨਾ ਆਵਸ ਨਾਓ। ਕੋੜ ਨਾਮ ਕਰੋੜਾਂ ਹੀ ਜਿਹੜੇ ਤਮਾਸ਼ੇ ਹਨ, ਮਨ ਭਾਉਂਦੇ, ਮਨ ਨੂੰ ਖੁਸ਼ ਕਰਨ ਵਾਸਤੇ, ਮਨ ਨੂੰ ਲੁਭਾਏ ਮਾਨ ਕਰਨ ਵਾਸਤੇ ਅਨੇਕਾਂ ਕਹਿੰਦੇ ਚੋਜ ਵਰਤਦਾ ਹੈ, ਜਾਂ ਕੌਤਕ ਚੋਜ ਕਰਦਾ ਹੈ। ਚਿਤ ਨਾ ਆਵਸ ਨਾਓ, ਉਹਨਾਂ ਕੌਤਕਾਂ ਨੂੰ ਵੇਖਦਾ ਹੈ, ਪਰ ਹਿਰਦੇ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਚੇਤੇ ਨਹੀਂ ਆਉਂਦਾ ਹੈ। ਨਾਨਕ ਕੋੜੀ ਨਰਕ ਬਰਾਬਰੇ, ਉਜੜ ਸੋਈ ਥਾਓ। ਗੁਰੂ ਅਰਜਨ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ ਕਿ ਕੋੜੀ ਨਾਮ ਕਰੋੜਾਂ ਨਰਕਾਂ ਦਾ ਹੈ। ਕੋੜੀ ਨਾਮ 18 ਨਰਕਾਂ ਦਾ ਹੈ। ਉਹ ਜਿਹੜਾ ਪੁਰਸ਼ ਹੈ ਕਰੋੜਾਂ ਨਰਕਾਂ ਦੇ ਬਰਾਬਰੇ ਤੁਲ ਹੈ, ਬਰਾਬਰ ਹੈ। 18 ਕੋੜੀ ਨਰਕਾਂ ਦੇ ਬਰਾਬਰ ਹੈ। ਸਨਾਤਨ ਮਤ ਦੇ ਵਿਦਵਾਨ ਲਿਖਦੇ ਹਨ ਕਿ ਜਿਹੜਾ ਬੰਦਾ ਧਰਮ ਤੋਂ ਭਟਕ ਜਾਂਦਾ ਹੈ, ਧਰਮ ਤੋਂ ਬੇਮੁਖ ਹੋ ਜਾਂਦਾ ਹੈ, ਉਸ ਨੂੰ 18 ਕੋੜੀ ਨਰਕ ਮਿਲਦੇ ਹਨ। 10 ਅਸ਼ਟ ਨਰਕ ਕੁਸ਼ਟਨ ਵਿਖੇ, ਧਰਮ ਵਿਮੁਖ ਨਰ ਨੀਤ ਗਮ। ਜਿਹੜਾ ਬੰਦਾ ਧਰਮ ਤੋਂ ਬੇਮੁਖ ਹੋ ਜਾਂਦਾ ਹੈ, ਫਿਰ ਵਾਰ-ਵਾਰ ਇੱਕ ਕੋੜੀ ਨਰਕ 'ਚ, ਦੂਸਰੇ 'ਚ, ਤੀਸਰੇ 'ਚ, ਇਸ ਤਰ੍ਹਾਂ ਗਰੀਬ ਨਵਾਜ ਕਹਿੰਦੇ ਉੱਜੜ ਸੋਈ ਥਾਓ। ਭਾਵੇਂ ਉਹਦੇ ਵਾਸਤੇ ਰਹਿਣ ਵਾਸਤੇ ਵੱਡੇ ਵੱਡੀਆਂ ਬਗੀਚੀਆਂ ਕਿਉਂ ਨਹੀਂ ਹਨ, ਵੱਡੇ ਵੱਡੇ ਮਹੱਲ ਨੇ, ਪਰ ਕਹਿੰਦੇ ਉਹ ਜਿਹੜੀ ਥਾਂ ਜਗ੍ਹਾ ਹੈ ਉਜਾੜ ਦੀ ਨਿਆਈ ਹੈ। ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸੇਈ ਨਗਰ ਉਜਾੜੀ ਜੀਓ। ਉਹ ਨਗਰ ਜਿਹੜੇ ਹਨ ਉਜਾੜ ਦੇ ਵਾਂਗ ਪ੍ਰਤੀਤ ਹੁੰਦੇ ਨੇ। ਫਿਰ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਦਾ ਨਾਮ ਨਹੀਂ,
ਕਬੀਰ ਸਾਹਿਬ ਕਹਿੰਦੇ ਜਿਵੇਂ ਭੱਠਾ ਜਲਦਾ ਹੈ, ਇਸ ਤਰ੍ਹਾਂ ਭਾਈ ਉਹਨਾਂ ਦੇ ਹਿਰਦੇ ਜਿਹੜੇ ਹਨ ਉਹ ਤਪਦੇ ਹਨ। ਐਸੇ ਪੁਰਸ਼ਾਂ ਨੂੰ ਕਿਤੇ ਜਿਹੜੀ ਥਾਂ ਹੈ ਉਹ ਨਹੀਂ ਮਿਲਦੀ। ਪੌੜੀ ਮਹਾ ਭਿਆਨ ਉਦਿਆਨ, ਮਹਾ ਨਾਮ ਬਹੁਤ ਵੱਡੇ ਦਾ, ਭਿਆਨ ਨਾਮ ਉਜਾੜ ਦਾ। ਜਿਹੜਾ ਸੰਸਾਰ ਬਹੁਤ ਵੱਡਾ ਹੈ, ਬੜਾ ਪੈਦਾਇਕ ਹੈ, ਕਹਿੰਦੇ ਉਜਾੜ ਦੀ ਵਾਂਗ ਹੈ, ਨਗਰ ਕਰ ਮਾਨਿਆ। ਪਰ ਕਹਿੰਦੇ ਨਾਸਤਿਕ ਪੁਰਸ਼ ਨੇ, ਮਨਮੁਖ ਪੁਰਸ਼ ਨੇ ਇਹ ਸੰਸਾਰ ਨੂੰ ਬਹੁਤ ਵੱਡਾ ਨਗਰ, ਬਹੁਤ ਵੱਡਾ ਸ਼ਹਿਰ ਕਰਕੇ ਮੰਨੀ ਬੈਠਾ ਹੈ ਕਿ ਸਦੀਵੀ ਰਹੇਗਾ। ਗੁਰਬਾਣੀ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰਦੇ ਨੇ, ਰਾਮ ਗਇਓ ਰਾਵਣ ਗਇਓ, ਜਾ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜੋ ਸੰਸਾਰ। ਚਿੰਤਾ ਤਾਕੀ ਕੀਜੀਐ, ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਜਿੰਨੀ ਵੀ ਬਾਣੀ ਉਚਾਰੀ ਹੈ, ਇਹ ਬ੍ਰਿਜ ਭਾਸ਼ਾ ਦੇ ਅੰਦਰ ਹੈ। ਬੜੀ ਸੁਖੈਨ ਭਾਸ਼ਾ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇੱਥੇ ਰਾਵਣ ਆਇਆ, ਤੇ ਰਾਵਣ ਕੋਈ ਮਾਮੂਲੀ ਜਿਹਾ ਇਨਸਾਨ ਨਹੀਂ ਹੈ, ਬਹੁਤ ਵੱਡਾ ਵਿਦਵਾਨ ਹੈ। ਤੇ ਉਸ ਰਾਵਣ ਨੇ ਕਾਲ ਜਿਹੜਾ ਹੈ ਆਪਣੇ ਪਾਵੇ ਦੇ ਨਾਲ ਬੰਨਿਆ ਹੋਇਆ ਹੈ। ਤਾਈਓ ਗੁਰਬਾਣੀ ਅੰਦਰ ਸਤਿਗੁਰੂ ਕਹਿੰਦੇ ਨੇ, ਲੰਕਾ ਗੱਢ ਸੋਨੇ ਕਾ ਪਿਆ, ਮੂਰਖ ਰਾਵਣ ਕਿਆ ਲੈ ਗਿਆ। 1 ਲੱਖ ਪੂਤ 1.25 ਲੱਖ ਨਾਤੀ, ਤੇ ਰਾਵਣ ਕਰ ਦਿਆ ਨਾ ਬਾਤੀ। ਜਿਸ ਵਕਤ ਕਹਿੰਦੇ ਭਗਵਾਨ ਰਾਮਚੰਦਰ ਜਾਂਦੇ ਨੇ ਇਹਦਾ ਵੱਧ ਕਰਨ ਵਾਸਤੇ, ਤੀਰ ਮਾਰਦੇ ਨੇ, ਜ਼ਮੀਨ ਤੇ ਡਿੱਗ ਪੈਂਦਾ ਹੈ, ਬੇਹੋਸ਼ ਹੈ। ਤੇ ਭਗਵਾਨ ਰਾਮਚੰਦਰ ਆਪਣੇ ਭਰਾਤਾ ਲਛਮਣ ਨੂੰ ਕਹਿੰਦੇ ਨੇ, ਬੜਾ ਗੁਣੀ ਪੁਰਸ਼ ਹੈ, ਇਹਨੇ ਹੁਣ ਸੰਸਾਰ ਤੋਂ ਜਾਣਾ ਹੈ, ਕੋਈ ਗੁਣ ਲੈ ਕੇ ਆ। ਕਹਿੰਦੇ ਨੇ ਲਛਮਣ ਪਹਿਲੀ ਵਾਰ ਜਾਂਦਾ ਹੈ, ਜਿਹੜੇ ਪਾਸੇ ਦਾ ਸਿਰ ਹੈ ਉੱਥੇ ਜਾ ਕੇ ਖਲੋ ਜਾਂਦਾ ਹੈ। ਰਾਵਣ ਕੁਝ ਬੋਲਦਾ ਨਹੀਂ। ਇਸਨੇ ਕਿਹਾ ਵੀ ਆਪ ਜੀ ਸੰਸਾਰ ਤੋਂ ਜਾ ਰਹੇ ਹੋ, ਕੋਈ ਨਾ ਕੋਈ ਗੁਣ ਦੇ ਕੇ ਜਾਓ, ਆਪ ਜੀ ਬੜੇ ਵਿਦਵਾਨ ਪੁਰਸ਼ ਹੋ। ਵਾਪਸ ਆ ਜਾਂਦਾ ਹੈ। ਭਗਵਾਨ ਰਾਮਚੰਦਰ ਪੁੱਛਦੇ ਨੇ ਕੀ ਕਾਰਨ, ਕੋਈ ਗੁਣ ਲੈ ਕੇ ਆਇਆ? ਕਹਿਣ ਲੱਗਾ ਨਹੀਂ। ਉਹ ਬੋਲੇ ਨਹੀਂ। ਭਗਵਾਨ ਰਾਮਚੰਦਰ ਤੁਸੀਂ ਕਿਹੜੇ ਪਾਸੇ ਜਾ ਕੇ ਖਲੋਏ ਸੀ, ਸਿਰ ਵਾਲੇ ਪਾਸੇ ਜਾਂ ਪੈਰਾਂ ਵਾਲੇ ਪਾਸੇ? ਕਹਿਣ ਲੱਗਾ ਸਿਰ ਵਾਲੇ ਪਾਸੇ। ਭਗਵਾਨ ਜੀ ਕਹਿਣ ਲੱਗੇ ਜਦੋਂ ਕਿਸੇ ਦੇ ਪਾਸੋਂ ਕੋਈ ਗੁਣ ਲੈਣਾ ਹੋਵੇ, ਉਹਦੇ ਚਰਨਾਂ ਤੇ ਜਾ ਕੇ ਬੇਨਤੀ ਕਰੋ। ਜਾਓ, ਦੂਸਰੀ ਵਾਰ ਜਾਓ। ਦੂਸਰੀ ਵਾਰ ਫਿਰ ਕਹਿੰਦੇ ਲਛਮਣ ਜਾਂਦਾ ਹੈ, ਪੈਰਾਂ ਵਾਲੇ ਪਾਸੇ ਖਲੋ ਕੇ ਬੇਨਤੀ ਕਰਦਾ ਹੈ ਕਿ ਆਪ ਜੀ ਬੜੇ ਗੁਣੀ ਪੁਰਸ਼ ਹੋ, ਕਾਲ ਨੂੰ ਵਸੀਕਾਰ ਕੀਤਾ ਹੋਇਆ ਸੀ, ਅੱਜ ਆਪ ਜੀ ਸੰਸਾਰ ਤੋਂ ਜਾ ਰਹੇ ਹੋ, ਕੋਈ ਗੁਣ ਮੈਨੂੰ ਦੇ ਕੇ ਜਾਓ ਜਿਸ ਨੂੰ ਮੈਂ ਧਾਰਾਂ। ਰਾਵਣ ਕਹਿਣ ਲੱਗਾ ਮੈਂ ਕਾਲ ਨੂੰ ਵਸੀਕਾਰ ਕੀਤਾ, ਆਪਣੇ ਪਾਵੇ ਨਾਲ ਬੰਨਿਆ। ਮਨ ਦੇ ਅੰਦਰ ਇੱਕ ਹੀ ਵਿਚਾਰ ਸੀ ਕਿ ਅੱਜ ਖਤਮ ਕਰਾਂਗਾ, ਕੱਲ ਨੂੰ ਖਤਮ ਕਰਾਂਗਾ। ਮੇਰਾ ਅੱਜ ਤੇ ਕੱਲ ਨਹੀਂ ਆਇਆ, ਅੱਜ ਮੈਂ ਦੁਨੀਆ ਤੋਂ ਜਾ ਰਿਹਾ ਹਾਂ। ਜਿਹੜਾ ਕੰਮ ਕੱਲ ਨੂੰ ਕਰਨਾ ਉਹਨੂੰ ਹੁਣੇ ਕਰੋ, ਜਿਹੜਾ ਹੁਣੇ ਕਰਨਾ ਉਹਨੂੰ ਤੁਰੰਤ ਕਰੋ। ਮਹਾਰਾਜ ਕਹਿੰਦੇ ਅੱਜ ਕੱਲ ਕਰਦਿਆਂ ਕਾਲ ਵਿਆਪੇ। ਪਹਿਲਾਂ ਬਾਲਕ ਅਵਸਥਾ ਹੈ, ਫਿਰ ਜਵਾਨੀ ਦੀ ਅਵਸਥਾ ਹੈ। ਕਹਿੰਦਾ ਜੇ ਜਵਾਨੀ ਦੀ ਅਵਸਥਾ ਹੈ ਫਿਰ ਵਿਆਹ ਹੋ ਜਾਂਦਾ ਹੈ।
ਅਜੇ ਬੱਚੇ ਨੇ, ਬੱਚੇ ਵੱਡੇ ਹੋਣਗੇ ਫਿਰ ਮੈਂ ਅੰਮ੍ਰਿਤ ਛਕਾਂਗਾ, ਨਾਮ ਜਪਿਆ ਕਰਾਂਗਾ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ ਮੌਤ ਇੱਕ ਐਸੀ ਚੀਜ਼ ਹੈ, ਇਹਦਾ ਪਤਾ ਨਹੀਂ ਕਦੋਂ ਆ ਜਾਣੀ ਹੈ। ਮਲਕਲ ਮੌਤ ਜਾਂ ਆਵਸੀ, ਸਭ ਦਰਵਾਜ਼ੇ ਭੰਨ, ਤਿਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਦੇਖੋ ਬੰਦਾ ਚੱਲਿਆ ਚੌਹ ਜਣਿਆਂ ਦੇ ਕੰਨ। ਬਾਬਾ ਫਰੀਦ ਸਾਹਿਬ ਕਹਿੰਦੇ ਜਦੋਂ ਬੰਦੇ ਤੇ ਮੌਤ ਆਉਂਦੀ ਹੈ ਨਾ, ਉਹ ਆਪਣੇ ਭਰਾਵਾਂ ਵਾਲੇ ਦਰਵਾਜ਼ੇ ਨੂੰ ਖੜਕਾਉਂਦਾ ਹੈ ਕਿ ਸ਼ਾਇਦ ਮੇਰਾ ਬਚਾਅ ਹੋ ਸਕੇ। ਮੌਤ ਉਸ ਦਰਵਾਜ਼ੇ ਨੂੰ ਤੋੜ ਦਿੰਦੀ ਹੈ। ਫਿਰ ਆਪਣੇ ਧੀਆਂ ਪੁੱਤਰਾਂ ਦੇ ਦਰਵਾਜ਼ੇ ਨੂੰ ਖੜਕਾਉਂਦਾ ਹੈ, ਸ਼ਾਇਦ ਮੈਨੂੰ ਬਚਾ ਲੈਣ। ਮੌਤ ਬਾਬਾ ਫਰੀਦ ਸਾਹਿਬ ਕਹਿੰਦੇ ਉਹ ਦਰਵਾਜ਼ਾ ਵੀ ਭੰਨ ਦਿੰਦੀ ਹੈ। ਫਿਰ ਸੰਬੰਧੀਆਂ ਦੇ ਦਰਵਾਜ਼ੇ ਨੂੰ ਤੱਕਦਾ ਹੈ, ਪਰ ਮੌਤ ਕਿਤੋਂ ਬਾਹਰੋਂ ਨਹੀਂ ਆਉਂਦੀ। ਕਲਗੀਧਰ ਪਿਤਾ ਮਹਾਰਾਜ ਕਹਿੰਦੇ ਨੇ, ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰ ਧਾਰੀ, ਛਤਰ ਹੀ ਕੀ ਛਾਇਆ ਕਈ ਕੌਸ ਲੋ ਚਲਤ ਹੈ। ਵੱਡੇ ਵੱਡੇ ਯੋਗੀ ਤੇ ਵੱਡੇ ਵੱਡੇ ਧਰਤੀ ਦੇ ਮਾਲਕ, ਵੱਡੇ ਵੱਡੇ ਸਮਰਾਟ ਰਾਜੇ ਕਹਿੰਦੇ ਉਹ ਸਦਾ ਦੀ ਨੀਂਦ ਅੰਦਰ ਸੌਂ ਗਏ। ਜਿਨ੍ਹਾਂ ਦੇ ਇੱਕ ਹੁਕਮ ਤੇ ਸਾਰਾ ਦੇਸ਼ ਉਹਨਾਂ ਦੇ ਹੁਕਮ ਤੋਂ ਡਰਦਾ ਸੀ, ਭੈਭੀਤ ਹੁੰਦਾ ਸੀ। ਇੱਕ ਦਿਨ ਮੈਂ ਔਰੰਗਜ਼ੇਬ ਦੇ ਅੰਕੜੇ ਪੜ੍ਹ ਰਿਹਾ ਸੀ। ਔਰੰਗਜ਼ੇਬ ਦੇ ਪਾਸ ਰਹਿਣ ਵਾਸਤੇ 10,000 ਕਿਲਾ ਸੀ ਤੇ ਫੌਜਾਂ ਦੀ ਕੋਈ ਗਿਣਤੀ ਨਹੀਂ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਔਰੰਗਜ਼ੇਬ ਦੀ ਜਿੱਥੇ ਕਬਰ ਬਣੀ ਹੈ, ਉੱਥੇ ਰਹਿਣ ਵਾਲਾ ਟਕਾ ਟਕਾ ਮੰਗ ਕੇ ਉਹਦੇ ਦੀਵੇ ਅੰਦਰ ਤੇਲ ਪਾਉਂਦਾ ਹੈ, ਉਹਦੀ ਕਬਰ ਤੇ ਜਗਾਉਂਦਾ ਹੈ। ਦੂਸਰੇ ਪਾਸੇ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ, ਯੋਗੀ ਅੱਲਾ ਯਾਰ ਖਾਨ ਇਸਲਾਮ ਧਰਮ ਦੇ ਸੂਫੀ ਸੰਤ ਨੇ, ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਦੀ ਵਡਿਆਈ ਕਰਦੇ ਹੋ, ਤੁਸੀਂ ਇਸਲਾਮ ਧਰਮ ਦੇ ਵਿੱਚੋਂ ਹੋ, ਤੁਹਾਨੂੰ ਬਹੁਤ ਵੱਡੀ ਸਜ਼ਾ ਮਿਲੇਗੀ। ਤੁਸੀਂ ਗੁਰੂ ਗੋਬਿੰਦ ਸਿੰਘ ਦੀ ਤਾਰੀਫ ਛੱਡ ਦਿਓ, ਇਸਲਾਮ ਧਰਮ ਵਿੱਚੋਂ ਹੈ। ਕਹਿਣ ਲੱਗਾ ਗੁਰੂ ਗੋਬਿੰਦ ਸਿੰਘ ਇੱਕ ਵਲੀ ਨੇ, ਮੇਰੇ ਮੁਰਸ਼ਿਦ ਨੇ, ਮੇਰੇ ਪੀਰ ਨੇ, ਮੈਨੂੰ ਮੌਤ ਦੀ ਪਰਵਾਹ ਨਹੀਂ, ਭਾਵੇਂ ਫਾਂਸੀ ਤੇ ਚਾੜ ਦਿਓ, ਮੈਂ ਕਲਗੀਧਰ ਪਿਤਾ ਦੀ ਵਡਿਆਈ ਲਿਖਾਂਗਾ। ਉਹ ਲਿਖਦੇ ਹਨ ਕਿ ਦੁਨੀਆ ਅੰਦਰ ਬੜੇ ਤੀਰਥ ਹੋਣਗੇ, ਪਰ ਹਿੰਦ ਦੀ ਧਰਤੀ ਤੇ ਇੱਕ ਤੀਰਥ ਹੈ, ਉਹ ਹੈ ਚਮਕੌਰ ਦੀ ਗੜੀ। ਕਹਿੰਦੇ ਦੁਨੀਆ ਦੇ ਲੋਕੋ ਜਾ ਕੇ ਉੱਥੇ ਨਤਮਸਤਕ ਹੋਵੋ। इस्लाम धर्म का एक सूफी फकीर लिखता है, हिंद में एक तीर्थ है यात्रा के लिए, जहां बाप ने बेटे कटाए खुदा के लिए। चमक है चमकौर तेरे जिरों में, यहीं से सितारे बन के गए आसमान के लिए। योगी अल्लाह यार खान ते भी लिखता है कि जिहड़ा दुनिया ते अज सूरज का प्रकाश हो रहा है, ये देन भी चमकौर दी गढ़ी दी है। जिहड़ा चंद्रमे का प्रकाश हो रहा है, ये देन भी चमकौर की गढ़ी दी है। उत्थे किन्नियां गुरु की संगतां जांदियां ने, नतमस्तक होंदियां ने, क्योंकि जिहड़े सच्चे मार्ग ते चलते ने, सब जहान उन्हां दी वडियाई करता है। अगे हुण घल्लूघारा दिहाड़ा आ रहा है, जिथे गुरु अर्जन साहिब महाराज जी का शहीदी दिहाड़ा, उत्थे जून 1984 के अंदर जिहड़े सिंघां ने शहादतां पाईयां, वो भी घल्लूघारा आ रहा है। एक पासे हिंदुस्तान की जिहड़ी प्रधानमंत्री इंदिरा गांधी, ते दूसरे पासे 20वीं सदी के महान सिख जरनैल श्रीमान संत बाबा जरनैल सिंह जी खालसा पिंडरां वाले। उन्होंने कौन नहीं जानता, ते जिहड़ी इंदिरा है उन्होंने अज तक भी लानतां पैंदियां ने, रहिंदी दुनिया तक लानतां पैंदियां रहणगियां। कारण की है? क्योंकि महापुरखों का जिहड़ा मार्ग है वो सच दा है।
ਭਾਵੇਂ ਉਹ ਅਨੰਦਪੁਰ ਸਾਹਿਬ ਦੇ ਮਤੇ ਸਨ, ਪੰਜਾਬ ਸੂਬੇ ਨੂੰ ਖੁਸ਼ਹਾਲ ਬਣਾਉਣ ਦੇ ਮਤੇ ਸਨ, ਪਰ ਮਹਾਂਪੁਰਖਾਂ ਨੇ ਧਰਮ ਯੁੱਧ ਮੋਰਚਾ ਜਿਹੜਾ ਵਿੱਢਿਆ ਸੀ ਉਸ ਤੋਂ ਪਿੱਛੇ ਨਹੀਂ ਹਟੇ। ਧੰਨ ਉਹਨਾਂ ਦੇ ਨਾਲ ਜਿਹੜੇ ਗੁਰੂ ਕੇ ਸਿੰਘ ਸਨ, ਜਿਨ੍ਹਾਂ ਨੇ ਹਿੰਦੁਸਤਾਨ ਦੀ ਆਰਮੀ ਦੇ ਨਾਲ ਡਟ ਕੇ ਮੁਕਾਬਲਾ ਕੀਤਾ। ਰੋਹ ਵਿਚਾਰੇ ਆਪਣਾ ਟੌਪਿਕ ਨਹੀਂ। ਗਰੀਬ ਨਵਾਜ਼ ਕਹਿੰਦੇ ਭਾਈ ਜਿਹੜੀ ਮੌਤ ਹੈ ਇਹ ਕਿਸੇ ਨੂੰ ਬਖਸ਼ਦੀ ਨਹੀਂ। ਸੰਸਾਰ ਦੇ ਅੰਦਰ ਕੋਈ ਵੀ ਪ੍ਰਾਣੀ ਮੌਤ ਨੂੰ ਸਵੀਕਾਰ ਨਹੀਂ ਕਰਦਾ। ਹਰੇਕ ਸੁੱਖ ਨੂੰ ਪ੍ਰਵਾਨ ਕਰਦੇ ਨੇ, ਦੁੱਖ ਨੂੰ ਪ੍ਰਵਾਨ ਨਹੀਂ ਕਰਦਾ। ਤੇ ਗਰੀਬ ਨਵਾਜ਼ ਕਹਿੰਦੇ ਜਗ ਮਰਨ ਨਾ ਪਾਇਆ, ਨਿਤ ਆਪ ਲੁਕਾਇਆ, ਮਤ ਜਮ ਪਕੜੈ ਲੈ ਜਾਏ ਜੀਓ। ਮੌਤ ਵਾਸਤੇ ਪ੍ਰਾਣੀ ਬੜੇ ਹੀਲੇ ਕਰਦਾ ਹੈ, ਬੜੇ ਯਤਨ ਕਰਦਾ ਹੈ, ਪਰ ਮਹਾਰਾਜ ਕਹਿੰਦੇ ਮੌਤ ਬਾਹਰੋਂ ਨਹੀਂ ਆਉਂਦੀ। ਕਿੰਨਾ ਸਮਾਂ ਪ੍ਰਾਣੀ ਨੇ ਸੰਸਾਰ ਤੇ ਰਹਿਣਾ ਹੈ, ਇਹ ਪਰਮਾਤਮਾ ਨੇ ਸਭ ਕੁਝ ਨਿਯਤ ਕਰਕੇ ਜੀਵ ਨੂੰ ਸੰਸਾਰ ਤੇ ਭੇਜਿਆ ਹੈ। ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੁਭਾਏਮਾਨ ਨੇ। ਤੇ ਸਾਧ ਸੰਗਤ ਜੀ, ਸਤਲੁਜ ਦਾ ਦਰਿਆ ਜਿਹੜਾ ਹੈ ਬਹੁਤ ਵੱਡਾ ਵਗ ਰਿਹਾ ਹੈ। ਕਲਗੀਧਰ ਪਿਤਾ ਮਹਾਰਾਜ ਵੇਖਦੇ ਪਏ ਨੇ, ਕੀ ਕੌਤਕ ਵੇਖਦੇ ਨੇ ਕਿ ਇੱਕ 12 ਸਿੰਘਾ ਆਉਂਦਾ ਹੈ ਪਾਣੀ ਪੀਣ ਵਾਸਤੇ। ਉਹਦੀਆਂ ਜਿਹੜੀਆਂ ਅੱਖਾਂ ਨੇ ਚਮਕੀਆਂ ਨੇ, ਮੱਛੀ ਨੇ ਝਪਟ ਮਾਰੀ ਤੇ ਉਹਦੇ ਸਿੰਘਾਂ ਦੇ ਅੰਦਰ ਮੱਛੀ ਫਸ ਗਈ। ਇੰਨੇ ਸਮੇਂ ਨੂੰ ਉੱਪਰੋਂ ਇੱਲ ਜਿਹੜੀ ਹੈ ਲੰਘਦੀ ਜਾ ਰਹੀ ਹੈ। ਉਸ ਨੇ ਵੇਖਿਆ ਕੋਈ ਚਮਕੀਲੀ ਚੀਜ਼ ਝਪਟ ਮਾਰਦੀ ਤੇ ਉਹਦੀ ਵੀ ਮੌਤ ਹੋ ਜਾਂਦੀ ਹੈ। ਇੰਨੇ ਸਮੇਂ ਨੂੰ ਸ਼ਿਕਾਰੀ ਆਉਂਦਾ ਹੈ, ਤੀਰ ਮਾਰਦਾ ਹੈ, 12 ਸਿੰਘਾਂ ਨੂੰ ਖਤਮ ਕਰ ਦਿੰਦਾ ਹੈ। ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਣੀ ਉਚਾਰੀ, ਜਲ ਕਹਾਂ ਥਲ ਕਹਾਂ, ਗगन के गौन कहाँ, काल के बनाए सबे काल ही चबाहेंगे। ये सारी जिहड़ी सृष्टि है उस अकाल पुरख वाहिगुरु ने बनाई है। जिवें जिवें परमात्मा का हुक्म आउंदा है तिवें तिवें प्राणी संसार तो कूच कर रहे हैं। मारू सोहलियां दे अंदर महाराज गुरु नानक साहब जी की एक उदाहरण है। बिरसे हेठ सब जंत इकट्ठे, कि जिवें रुख ने पंछी शाम नूं जा करके रुखां ते इकट्ठे हो जाते हैं। कईयां दी आवाज़ अंदर बड़ी मिठास है, कईयां दी आवाज़ अंदर बड़ी कुड़तन है। इसे तरह गुरु नानक साहब जी कहते संसार रूपी बृछ है। ये संसार रूपी बृछ के उपर अनेकां जीव जिहड़े हन बैठे हैं। किसी का सुभाव जिहड़ा है बड़ा मिठा है, किसी का सुभाव बड़ा करड़ा है। जो जो औद विहाणियां, जिवें जिवें उम्र पूरी हुंदी जा रही है जीव संसार तो कूच कर रहे हैं। ते गरीब नवाज कहते महा भयान उदयान, बहुत वड्डा भयान पैदायक जिहड़ा ये संसार उजाड़ दे वांग है, नगर कर मानिया। इसनूं प्राणी ने सच्चा नगर मनी बैठा है, सच्चा शहर मनी बैठा है। झूठ समगरी पेख, जिन्हें संसार दी बनाशपति है, जिन्हें संसार दे सुख हन, राज है, पाग है, जिन्हें पदार्थ ने महाराज कहते झूठ, ये झूठे हैं। संसार की प्रीति झूठी है। गुरु तेग बहादुर साहब कृपा करते ने, प्रीतम जान लिहो मन माही, अपने ही सुख स्यों सब लागे, को काहू को नाही। सुखमय आन बहुत मिल बैठत, रहत चहूँ दिस की रह। बिपत परी सब ही संग छाड़त, को न आवत नेरै।
ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿ ਸੰਗ ਲਾਗੀ। ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਪਾਗੀ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਭਾਈ ਤੂੰ ਆਪਣੇ ਮਨ ਅੰਦਰ ਵਿਚਾਰ। ਜੇ ਆਪਾਂ ਸੰਸਾਰ ਦੀ ਉਦਾਹਰਣ ਵੇਖੀਏ, ਮਨੁੱਖ ਦੇ ਪਾਸ ਰਾਜ ਭਾਗ ਹੋਵੇ, ਚੰਗੇ ਸੁੱਖ ਹੋਣ, ਤੇ ਸੁੱਖ ਦੇ ਵੇਲੇ ਬੜੇ ਲੋਕ ਉਹਦੇ ਰਿਸ਼ਤੇਦਾਰ ਬਣ ਜਾਂਦੇ ਨੇ, ਸੰਬੰਧੀ ਬਣ ਜਾਂਦੇ ਨੇ। ਰਹਿਤ ਚਾਹੂੰ ਦਿਸ ਕੀ ਰਹਿ, ਚਾਰੇ ਪਾਸਿਆਂ ਤੋਂ ਨੂੰ ਘੇਰਾ ਕੱਤ ਲੈਂਦੇ ਨੇ। ਪਰ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜੇਕਰ ਕਿ ਪ੍ਰਾਣੀ ਤੇ ਦੁੱਖ ਆ ਜਾਵੇ, ਕੋਈ ਵਿਪਤਾ ਆ ਜਾਵੇ, ਬਿਪਤ ਭਰੀ ਦੁੱਖ ਆ ਗਿਆ, ਸਭ ਹੀ ਸੰਗ ਛਾੜਤ। ਜਿਹੜੇ ਕਹਿੰਦੇ ਸੀ ਸਾਡਾ ਰਿਸ਼ਤੇਦਾਰ ਹੈ, ਸਾਡਾ ਸੰਬੰਧੀ ਹੈ, ਸਾਰੇ ਸਾਥ ਛੱਡ ਗਏ। ਇੱਥੇ ਨਹੀਂ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸਭ ਤੋਂ ਵੱਧ ਪ੍ਰੀਤੀ ਪ੍ਰਾਣੀ ਦੀ ਘਰਵਾਲੀ ਦੇ ਨਾਲ ਹੈ ਤੇ ਘਰਵਾਲੀ ਦੀ ਆਪਣੇ ਪਤੀ ਦੇ ਨਾਲ ਹੈ। ਪਰ ਜਦੋਂ ਕਹਿੰਦੇ ਪਤੀ ਦੀ ਮੌਤ ਹੋ ਜਾਂਦੀ ਹੈ, ਪ੍ਰੇਤ ਪ੍ਰੇਤ ਕਰ ਭਾਗੀ, ਉਹ ਕਹਿਣ ਲੱਗੀ ਹੁਣ ਭੀਤ ਬਣ ਗਿਆ ਹੈ। ਇਹ ਬਿਦਕੂ ਵਿਵਹਾਰ ਬਣਿਓ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਭਾਈ ਇਹੋ ਜਿਹਾ ਕੰਮ ਹੈ ਸੰਸਾਰ ਦਾ। ਅੰਤ ਬਾਰ ਬਿਨ ਹਰਜੀ ਕੋ ਕਾਮ ਨਾ ਆਇਓ। ਅੰਤਲੇ ਵੇਲੇ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਬਿਨਾ ਸਤਿਗੁਰੂ ਜੀ ਕਹਿੰਦੇ ਕਿਸੇ ਨੇ ਸਹਾਇਕ ਨਹੀਂ ਹੋਣਾ। ਭਾਈ ਸਾਹਿਬ ਭਾਈ ਗੁਰਦਾਸ ਨੂੰ ਪੜ੍ਹੀਏ ਨਾ, ਭਾਈ ਗੁਰਦਾਸ ਨੇ ਕਮਾਲ ਦੀ ਉਦਾਹਰਨ ਦਿੱਤੀ ਹੈ। ਉਹ ਲਿਖਦੇ ਨੇ ਅੰਤ ਕਾਲ ਗੁਰ ਚਰਨ ਸ਼ਰਨ ਆਵੈ, ਪਾਵੈ ਮੁਦ ਪਦਵੀ ਨਾਤਰ ਬਿਲਲ ਬਿਲਲਾਤ ਹੈ। ਭਾਈ ਗੁਰਦਾਸ ਕਹਿੰਦੇ ਜੇ ਪ੍ਰਾਣੀ ਭਟਕਿਆ ਹੈ, ਭੁੱਲਿਆ ਹੈ, ਜੇ ਅੰਤਲੇ ਸਮੇਂ ਵੀ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਵੇ, ਤੇ ਗੁਰੂ ਦਾ ਇੱਕ ਸੁਭਾਅ ਹੈ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ। ਗੁਰੂ ਪਿਛਲੇ ਗੁਨਾਹਾਂ ਨੂੰ ਬਖਸ਼ ਦਿੰਦਾ ਹੈ। ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਪੈਂਡੇ ਖਾਂ ਨੂੰ ਹੱਥੀਂ ਪਾਲਿਆ ਹੈ, ਹੱਥੀਂ ਉਹਦਾ ਵਿਆਹ ਕੀਤਾ। ਪਹਿਲਾ ਜੰਗ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਿੱਥੇ ਖਾਲਸਾ ਕਾਲਜ ਬਣਿਆ ਹੋਇਆ ਹੈ, ਇੱਥੇ ਹੁੰਦਾ ਹੈ। ਇਹ ਜੰਗ ਦੇ ਵਿੱਚ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਜਿੱਤ ਹੁੰਦੀ ਹੈ। ਪੈਂਦੇ ਖਾਨ ਨੂੰ ਬੜਾ ਹੰਕਾਰ ਹੋ ਜਾਂਦਾ ਹੈ ਕਿ ਜਿੱਤ ਮਹਾਰਾਜ ਜੀ ਨੇ ਮੇਰੇ ਕਰਕੇ ਜਿੱਤੀ ਹੈ। ਦੂਸਰਾ ਜੰਗ ਹੁੰਦਾ ਹੈ ਹਰਗੋਬਿੰਦ ਨਗਰ ਦਾ, ਮਹਾਰਾਜ ਨਾਲ ਨਹੀਂ ਲੈ ਕੇ ਜਾਂਦੇ ਪੈਂਦੇ ਖਾਨ ਨੂੰ। ਤੀਸਰਾ ਜੰਗ ਗੁਰੂਸਰ ਮਹਾਰਾਜ ਵਿਖੇ ਹੁੰਦਾ ਹੈ, ਮਾਲਵੇ ਦੀ ਧਰਤੀ ਤੇ। ਮਹਾਰਾਜ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਨਾਲ ਨਹੀਂ ਲੈ ਕੇ ਜਾਂਦੇ। ਚੌਥਾ ਜੰਗ ਸਾਧ ਸੰਗਤ ਜੀ ਕਰਤਾਰਪੁਰ ਸਾਹਿਬ ਦੀ ਧਰਤੀ ਦਾ ਹੈ, ਜਿੱਥੇ 1 ਲੱਖ ਫੌਜ ਦਾ ਜਰਨੈਲ ਬਣ ਕੇ ਪੈਂਦੇ ਖਾਨ ਆਉਂਦਾ ਹੈ। ਦੂਸਰੇ ਪਾਸੇ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਨੂੰ ਵੰਗਾਰਿਆ ਹੈ। ਪੈਂਦੇ ਖਾਨ ਰਣ ਭੂਮੀ ਵਿੱਚ ਆਉਂਦਾ ਹੈ, ਫੌਜਾਂ ਰੋਕ ਦਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਰਣ ਭੂਮੀ ਵਿੱਚ ਆਉਂਦੇ ਨੇ, ਸਿੱਖਾਂ ਨੂੰ ਰੋਕ ਦਿੰਦੇ ਨੇ। ਪੈਂਦੇ ਖਾਨ ਨੂੰ ਇਸ ਗੱਲ ਦਾ ਹੰਕਾਰ ਹੈ ਕਿ ਮੇਰੇ ਵਿੱਚ ਬਲ ਬੜਾ ਹੈ, ਤਾਕਤ ਬੜੀ ਹੈ। ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ ਕਿ ਜਿਹੜੀ ਸਾਧ ਸੰਗਤ ਜੀ ਚਾਂਦੀ ਦੇ ਸਿੱਕੇ ਤੇ ਮੋਹਰ ਹੋਇਆ ਕਰਦੀ ਸੀ, ਮੋਹਰ ਨੂੰ ਮਿਟਾ ਦਿੰਦਾ ਸੀ। ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ ਪੈਂਦੇ ਖਾਨ ਵਾਰ ਕਰ। ਪਹਿਲਾ ਵਾਰ ਕਰਦਾ ਹੈ, ਦੂਸਰਾ ਵਾਰ ਕਰਦਾ ਹੈ, ਤੀਸਰਾ ਵਾਰ ਕਰਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਭਾਈ ਹੁਣ ਤੂੰ ਤਿਆਰੀ ਕਰ, ਅਸੀਂ ਵਾਰ ਕਰਦੇ ਹਾਂ। ਜਦੋਂ ਪਹਿਲਾ ਵਾਰ ਕਰਦੇ ਨੇ, ਜਿਵੇਂ ਵੇਲ ਦੇ ਨਾਲੋਂ ਸਾਧ ਸੰਗਤ ਜੀ ਕੱਦੂ ਟੁੱਟਦਾ ਹੈ, ਇਸ ਤਰ੍ਹਾਂ ਪੈਂਦੇ ਖਾਨ ਘੋੜੇ ਤੋਂ ਥੱਲੇ ਜ਼ਮੀਨ ਤੇ ਡਿੱਗ ਪਿਆ ਹੈ। ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਘੋੜੇ ਤੋਂ ਥੱਲੇ ਉਤਰਦੇ ਨੇ।
ਢਾਲ ਦੀ ਛਾਂ ਕਰਦੇ ਨੇ। ਕਹਿਣ ਲੱਗੇ ਪੈਂਦੇ ਖਾਨ, ਤੇਰਾ ਸਮਾਂ ਨੇੜੇ ਆ ਗਿਆ, ਕਲਮਾ ਪੜ੍ਹ ਲਾ। ਦੋਨੋਂ ਹੱਥ ਜੁੜ ਗਏ, ਮਹਾਰਾਜ ਹੁਣ ਤੇ ਆਪ ਜੀ ਦੀ ਸ਼੍ਰੀ ਸਾਹਿਬ ਹੀ ਮੇਰੀਆਂ ਕਲਮਾਂ ਨੇ। ਨੇ ਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਆਪੇ ਮਾਰਗ ਪਾਵੇ। ਮਹਾਰਾਜ ਜੀ ਦਾ ਕੈਸਾ ਬਿਰਦ ਹੈ, ਕੈਸਾ ਸੁਭਾਅ ਹੈ। ਉਸ ਪੈਂਦੇ ਖਾਨ ਨੂੰ ਵੀ ਬਖਸ਼ ਦਿੱਤਾ। ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ ਭਾਈ, ਝੂਠ ਸਮੱਗਰੀ ਪੇਖ, ਝੂਠੀਆਂ ਸਮੱਗਰੀਆਂ ਨੂੰ ਵੇਖ ਕੇ, ਪਦਾਰਥਾਂ ਨੂੰ ਵੇਖ ਕੇ ਸੱਚ ਕਰ ਮੰਨਿਆ, ਉਹਨਾਂ ਨੂੰ ਸੱਚੀ ਮੰਨੀ ਬੈਠਾ ਹੈ ਕਿ ਸੰਸਾਰ ਸਦੀਵੀ ਰਹੇਗਾ। ਸੰਸਾਰ ਤੇ ਜਿਹੜੀ ਮਨੁੱਖਾ ਦੇਹ ਸਦੀਵੀ ਰਹੇਗੀ। ਗਰੀਬ ਨਵਾਜ਼ ਕਹਿੰਦੇ ਭਾਈ, ਇਹੋ ਜਗ ਧੂਏ ਕਾ ਪਹਾੜ, ਤੈ ਸਾਚਾ ਮਾਨਿਆ ਕਹਿ ਵਿਚਾਰ। ਜਿਵੇਂ ਬਹੁਤਾ ਧੂਆਂ ਹੋਵੇ ਤੇ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇਂ ਬੱਦਲ ਹੋਣ। ਜਿਵੇਂ ਧੂਏ ਦੇ ਬੱਦਲ ਸਦੀਵੀ ਨਹੀਂ, ਪ੍ਰਤੱਖ ਬੱਦਲ ਸਦੀਵੀ ਨਹੀਂ, ਤੇਵੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸੰਸਾਰ ਜਿਹੜਾ ਹੈ ਸਦੀਵੀ ਨਹੀਂ ਹੈ। ਕਾਮ, ਕ੍ਰੋਧ, ਅਹੰਕਾਰ, ਇਹਦੇ ਅੰਦਰ ਕਾਮ ਦੀ ਵਾਸ਼ਨਾ ਹੈ। ਕ੍ਰੋਧ, ਫਿਰ ਬੜਾ ਗੁੱਸਾ ਹੈ, ਤੇ ਗੁੱਸੇ ਦੇ ਨਾਲ ਅਹੰਕਾਰ ਆ। ਅਹੰਕਾਰ, ਬੜਾ ਅਹੰਕਾਰ ਹੈ। ਫਿਰ ਹੈ ਦੇਵਾਨਿਆ, ਹੰਕਾਰ ਦੇ ਵਿੱਚ, ਕ੍ਰੋਧ ਦੇ ਵਿੱਚ ਦੀਵਾਨਿਆ ਨਾਮ ਹੈ। ਝੱਲਾ ਹੋਇਆ, ਮਸਤਾਨਾ ਹੋਇਆ, ਫਿਰ ਇਹ ਨਾਮ ਵਿਚਰਦਾ ਹੈ। ਸਿਰ ਲੱਗਾ ਜਮ ਡੰਡ, ਗੁਰੂ ਅਰਜਨ ਸਾਹਿਬ ਜੀ ਕਹਿੰਦੇ ਜਦੋਂ ਜਮਾਂ ਦੇ ਡੰਡੇ ਸਿਰ ਦੇ ਵਿੱਚ ਲੱਗਦੇ ਹਨ, ਉਦੋਂ ਫਿਰ ਬੜਾ ਪਛਤਾਤਾਪ ਕਰਦਾ ਹੈ। ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਹਨ, ਸਾਕਤ ਹਰ ਰਸ ਸਾਧਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾਹੇ, ਜੋ ਜੋ ਚੱਲੈ ਚੁਭੈ ਦੁਖ ਪਾਵਹਿ, ਜਮਕਾਲ ਸਹਹਿ ਸਿਰ ਡੰਡਾਹੇ। ਸਾਕਤ ਬੰਦੇ ਦੇ ਹਿਰਦੇ ਦੇ ਅੰਦਰ ਹਉਮੈ ਦਾ ਕੰਡਾ ਹੈ। ਉਹ ਜਿਵੇਂ ਜਿਵੇਂ ਚੱਲਦਾ ਹੈ, ਹਉਮੈ ਦਾ ਕੰਡਾ ਖੁੱਭਦਾ ਹੈ। ਜਮਕਾਲ ਸਹਹਿ ਸਿਰ ਡੰਡਾਹੇ, ਜਮਾਂ ਦਾ ਜਿਹੜਾ ਡੰਡਾ ਹੈ ਆਪਣੇ ਸਿਰ ਦੇ ਉੱਪਰ ਸਹਾਰਦਾ ਹੈ। ਕਿਉਂ? ਸਾਕਤ ਹਰ ਰਸ ਸਾਧਨਾ ਜਾਣਿਆ, ਕਿਉਂਕਿ ਸਾਕਤ ਬੰਦੇ ਨੇ ਹਰੀ ਦੇ ਨਾਮ ਦਾ ਜਿਹੜਾ ਸਵਾਦ ਹੈ, ਰਸ ਹੈ, ਉਸ ਨੂੰ ਨਹੀਂ ਜਾਣਨਾ ਕੀਤਾ ਹੈ, ਤਾਂ ਪਛਤਾਨਿਆ, ਫਿਰ ਬੜਾ ਪਛਤਾਤਾਪ ਕਰਦਾ ਹੈ। ਬੜੀ ਸੁੰਦਰ ਗਾਥਾ ਆਉਂਦੀ ਹੈ। ਇੱਕ ਇਸਲਾਮ ਧਰਮ ਦਾ ਬਹੁਤ ਵੱਡਾ ਸਮਰਾਟ ਬਾਦਸ਼ਾਹ ਹੋਇਆ ਹੈ। ਉਸ ਨੇ ਸਭ ਤੋਂ ਪਹਿਲਾਂ ਹੁਕਮ ਕੀਤਾ ਕਿ ਮੇਰੇ ਵਾਸਤੇ ਵਧੀਆ ਘੋੜਾ ਆਵੇ। ਬੜੇ ਘੋੜੇ ਆਏ ਨੇ। ਬਹੁਤ ਘੋੜਿਆਂ ਤੋਂ ਬਾਅਦ ਇੱਕ ਘੋੜਾ ਪਸੰਦ ਆਉਂਦਾ ਹੈ। ਦੂਸਰਾ ਹੁਕਮ ਕਿ ਵਧੀਆ ਕਾਠੀ ਲਿਆਓ। ਬੜੀਆਂ ਕਾਠੀਆਂ ਆਉਂਦੀਆਂ ਨੇ, ਕਾਠੀ ਪਸੰਦ ਕਰਦਾ ਹੈ। ਤੀਸਰਾ ਹੁਕਮ ਕਿ ਮੇਰੇ ਵਾਸਤੇ ਵਧੀਆ ਜੋੜਾ ਲਿਆਓ। ਉਹਦੇ ਅਹਿਲਕਾਰ, ਉਹਦੇ ਸਿਪਾਹੀ ਬੜੇ ਜੋੜੇ ਲੈ ਕੇ ਆਉਂਦੇ ਨੇ। ਇੱਕ ਜੋੜਾ ਜਿਹੜਾ ਹੈ ਉਹਨੂੰ ਪਸੰਦ ਆਉਂਦਾ ਹੈ। ਘੋੜੇ ਤੇ ਸਵਾਰ ਹੁੰਦਾ ਹੈ, ਨਾਲ ਫੌਜਾਂ ਨੇ। ਕਹਿਣ ਲੱਗਾ ਅੱਜ ਕੋਈ ਮੇਰੇ ਨਾਲ ਨਹੀਂ ਜਾਵੇਗਾ, ਮੈਂ ਇਕੱਲਾ ਹੀ ਜਾਵਾਂਗਾ। ਕਾਰਨ ਕੀ ਹੈ? ਅਹੰਕਾਰ। ਹੰਕਾਰ ਬੜਾ ਹੈ। ਫਿਰ ਇਹ ਦੇਵਾਨਿਆ ਬੜਾ ਮਸਤ ਹੋਇਆ ਫਿਰਦਾ ਹੈ। ਕਹਿੰਦੇ ਮਹੱਲਾਂ ਦੇ ਵਿੱਚੋਂ ਨਿਕਲ ਗਿਆ, ਕੁਝ ਕੁ ਦੂਰੀ ਤੇ ਜਾਂਦਾ ਹੈ। ਕੀ ਵੇਖਦਾ ਹੈ? ਇੱਕ ਅੱਤ ਦਾ ਗਰੀਬ, ਫਟੇ ਹੋਏ ਕੱਪੜੇ ਨੇ,
ਬਾਦਸ਼ਾਹ ਦੇ ਸਨਮੁਖ ਆਉਂਦਾ ਹੈ, ਅਰਜ਼ ਕਰਦਾ ਹੈ, ਬੇਨਤੀ ਕਰਦਾ ਹੈ। ਬਾਦਸ਼ਾਹ ਨੇ ਉਹਦੀ ਪਰਵਾਹ ਨਹੀਂ ਮੰਨੀ। ਕਾਰਨ ਕੀ? ਹੰਕਾਰ ਹੈ। ਉਹਨੇ ਦੂਸਰੀ ਵਾਰ ਫਰਿਆਦ ਕੀਤੀ, ਬਾਦਸ਼ਾਹ ਨੇ ਫਿਰ ਨਹੀਂ ਪਰਵਾਹ ਮੰਨੀ। ਤੀਸਰੀ ਵਾਰ ਫਰਿਆਦ ਕੀਤੀ, ਬਾਦਸ਼ਾਹ ਨੇ ਫਿਰ ਪਰਵਾਹ ਨਹੀਂ ਮੰਨੀ। ਅਖੀਰ ਉਸ ਨੇ ਸਾਧ ਸੰਗਤ ਜੀ ਘੋੜੇ ਦੀ ਲਗਾਮ ਜਿਹੜੀ ਸੀ ਫੜ ਲਈ। ਬਾਦਸ਼ਾਹ, ਐ ਭਿਖਾਰੀ, ਪਹਿਲਾਂ ਮੈਂ ਆਪਣੀ ਮਲਕੀਅਤ ਵਿਖਾਵਾਂ, ਜਦੋਂ ਮੈਂ ਵਾਪਸ ਆਵਾਂਗਾ ਜੋ ਤੂੰ ਮੰਗਣਾ ਮੇਰੇ ਪਾਸੋਂ ਮੰਗ ਲਵੀਂ। ਕਹਿਣ ਲੱਗਾ, ਰਾਜਨ, ਮੈਂ ਕੁਝ ਮੰਗਣ ਨਹੀਂ ਆਇਆ, ਬੜੀ ਰਾਜ ਦੀ ਗੱਲ ਹੈ ਜੋ ਮੈਂ ਤੇਰੇ ਨਾਲ ਕਰਨੀ ਹੈ। ਕਹਿਣ ਲੱਗਾ, ਦੱਸ। ਬਾਦਸ਼ਾਹ ਨੂੰ ਕਹਿਣ ਲੱਗਾ, ਵੀ ਨਹੀਂ ਦੱਸਾਂਗਾ। ਆਪਣੇ ਕੰਨ ਨੂੰ ਨੇੜੇ ਕਰ। ਬਾਦਸ਼ਾਹ ਆਪਣੇ ਕੰਨ ਨੂੰ ਨੇੜੇ ਕਰਦਾ ਹੈ। ਕਹਿਣ ਲੱਗਾ, ਮੈਂ ਕੋਈ ਭਿਖਾਰੀ ਨਹੀਂ, ਮੈਂ ਕੋਈ ਮੰਗਤਾ ਨਹੀਂ, ਮੈਂ ਮੌਤ ਦਾ ਫਰਿਸ਼ਤਾ ਹਾਂ, ਅਜ਼ਰਾਈਲ। ਇਸਲਾਮ ਧਰਮ ਦੇ ਅੰਦਰ ਫਰਿਸ਼ਤੇ ਮੰਨੇ ਹਨ। ਜਦੋਂ ਇੰਨੀ ਗੱਲ ਕਹੀ ਕਿ ਮੈਂ ਤੈਨੂੰ ਲੈਣ ਵਾਸਤੇ ਆਇਆ ਹਾਂ, ਉਹੀ ਰਾਜਾ ਜਿਹੜਾ ਬੜਾ ਹੰਕਾਰੀ ਸੀ, ਬੜਾ ਕਰੋਧੀ ਸੀ, ਤੇ ਐ ਮਸਤਾਨਿਆਂ ਵਾਂਗੂ ਰਹਿੰਦਾ ਸੀ ਕਿ ਮੇਰੇ ਵਰਗਾ ਤੇ ਕੋਈ ਨਹੀਂ, ਹੱਕਾ ਬੱਕਾ ਹੋ ਗਿਆ। ਕਹਿਣ ਲੱਗਾ, ਮੈਨੂੰ ਕੁਝ ਸਮਾਂ ਦੇ, ਮੈਂ ਮਹੱਲਾਂ ਦੇ ਵਿੱਚ ਜਾਵਾਂ, ਆਪਣੀਆਂ ਬੇਗਮਾਵਾਂ ਨੂੰ ਮਿਲਾਂ, ਆਪਣੇ ਅਹਿਲਕਾਰਾਂ ਨੂੰ ਮਿਲਾਂ, ਆਪਣੇ ਪੁੱਤਰਾਂ ਨੂੰ ਮਿਲਾਂ। ਮੌਤ ਦਾ ਫਰਿਸ਼ਤਾ ਕਹਿਣ ਲੱਗਾ, ਨਹੀਂ। ਇੰਨੇ ਸਮੇਂ ਨੂੰ ਬਾਦਸ਼ਾਹ ਦੀ ਮੌਤ ਹੋ ਜਾਂਦੀ ਹੈ। ਕਹਿਣ ਤੋਂ ਭਾਵ ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਇਸ ਮਨੁੱਖਾ ਦੇਹ ਦੇ ਅੰਦਰ ਹੰਕਾਰ ਨਾ ਕਰ, ਨਿਮਰਤਾ ਦੇ ਸਹਿਤ ਰਹੇਗਾ, ਤੈਨੂੰ ਪਰਮਾਤਮਾ ਦਾ ਸੁੱਖ ਵੀ ਮਿਲੇਗਾ, ਗੁਰੂ ਦੀਆਂ ਬਖਸ਼ਿਸ਼ਾਂ ਵੀ ਮਿਲਣਗੀਆਂ। ਕਿਉਂਕਿ ਜਿਹੜੇ ਨੀਵੇਂ ਚੱਲਦੇ ਨੇ, ਨਿਮਰਤਾ ਵਿੱਚ ਚੱਲਦੇ ਨੇ, ਉਹਨਾਂ ਤੇ ਬਹੁਤ ਵੱਡੀਆਂ ਬਖਸ਼ਿਸ਼ਾਂ ਹੁੰਦੀਆਂ ਨੇ। ਡਾਕਟਰ ਭਾਈ ਵੀਰ ਸਿੰਘ ਹੁਣੀ ਇੱਕ ਬਹੁਤ ਵੱਡੇ ਮਹਾਤਮਾ ਹੋਏ ਨੇ। ਕਹਿੰਦੇ ਉਹਨਾਂ ਦੀਆਂ ਜਦੋਂ ਰਚਨਾ ਪੜ੍ਹਦੇ ਹਾਂ, ਬਾ ਕਮਾਲ ਨੇ। ਡਾਕਟਰ ਭਾਈ ਵੀਰ ਸਿੰਘ ਨੂੰ ਕਿਸੇ ਨੇ ਪੁੱਛਿਆ ਕਿ ਪ੍ਰਾਣੀ ਦੇ ਅੰਦਰ ਨਿਮਰਤਾ ਕਿਵੇਂ ਆਵੇ। ਡਾਕਟਰ ਭਾਈ ਵੀਰ ਸਿੰਘ ਜੀ ਹੁਣਾਂ ਨੇ ਵਗਦੇ ਹੋਏ ਝਰਨਿਆਂ ਦੇ ਨਾਲ ਗੱਲਾਂ ਕੀਤੀਆਂ, ਵਗਦੀਆਂ ਹੋਈਆਂ ਨਦੀਆਂ ਦੇ ਨਾਲ ਪੁੱਛਿਆ, ਪਾਣੀ ਤੇਰੇ ਵਿੱਚੋਂ ਨਿਮਰਤਾ ਕਿਵੇਂ ਆਈ? ਪਾਣੀ ਦਾ ਇੱਕ ਗੁਣ ਹੈ, ਜਿਹੜੇ ਪਾਸੇ ਨਿਵਾਣ ਹੁੰਦੀ ਹੈ ਪਾਣੀ ਉਸ ਪਾਸੇ ਜਾਂਦਾ ਹੈ। ਇਸੇ ਤਰ੍ਹਾਂ ਡਾਕਟਰ ਭਾਈ ਵੀਰ ਸਿੰਘ ਕਹਿੰਦੇ, ਤੂੰ ਆਪਣੇ ਅੰਦਰ ਨਿਮਰਤਾ ਧਾਰ। ਨਿਮਰਤਾ ਕਦੋਂ ਆਵੇਗੀ? ਭਾਈ ਗੁਰਦਾਸ ਦੇ ਬਚਨ ਮੈਨੂੰ ਯਾਦ ਆਏ। ਭਾਈ ਗੁਰਦਾਸ ਨੂੰ ਕਿਸੇ ਸਿੱਖ ਨੇ ਬੇਨਤੀ ਕੀਤੀ ਕਿ ਆਪ ਜੀ ਕਹਿੰਦੇ ਨੇ ਬਾਣੀ ਪੜ੍ਹਿਆ ਕਰੋ, ਸੇਵਾ ਕਰਿਆ ਕਰੋ। ਕਿਉਂਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਕੁੰਜੀ ਤੇ ਗੁਰੂ ਗ੍ਰੰਥ ਸਾਹਿਬ ਨੂੰ ਜਿੰਦਰਾ ਦੱਸਿਆ ਹੈ। ਇਹ ਦਰਜਾ ਮਿਲਿਆ ਭਾਈ ਗੁਰਦਾਸ ਨੂੰ। ਭਾਈ ਗੁਰਦਾਸ ਇਹ ਦੱਸੋ ਕਿ ਕਲਯੁਗ ਦਾ ਸਮਾਂ ਹੈ, ਬੜੇ ਪ੍ਰਾਣੀ ਸੇਵਾ ਕਰਦੇ ਨਜ਼ਰ ਆਉਂਦੇ ਨੇ, ਸੰਗਤ ਕਰਦੇ ਨਜ਼ਰ ਆਉਂਦੇ ਨੇ, ਬਾਣੀ ਪੜ੍ਹਦੇ ਨਜ਼ਰ ਆਉਂਦੇ ਨੇ। ਕਿਹਨਾਂ ਦੀ ਬਾਣੀ ਪ੍ਰਵਾਨ ਹੈ, ਕਿਹਨਾਂ ਦੀ ਸੰਗਤ ਪ੍ਰਵਾਨ ਹੈ, ਕਿਹਨਾਂ ਦੀ ਸੇਵਾ ਪ੍ਰਵਾਨ ਹੈ। ਭਾਈ ਗੁਰਦਾਸ ਕਹਿੰਦੇ, ਕਰਕੇ ਨੀਚ ਸਦਾਵਣਾ, ਤਾਂ ਪ੍ਰਭ ਲਿਖੈ ਅੰਦਰ ਆਈ, ਕਲਯੁਗ ਨਾਵੈ ਕੀ ਵਡਿਆਈ। ਕਲਯੁਗ ਦਾ ਸਮਾਂ ਹੈ, ਜਿਹੜਾ ਵੀ ਪ੍ਰਾਣੀ ਸਾਧਨਾ ਕਰਦਾ ਹੈ, ਭਗਤੀ ਕਰਦਾ ਹੈ, ਆਪਣੇ ਆਪ ਨੂੰ ਨੀਵਾਂ ਦੱਸਦਾ ਹੈ, ਉਹਦੀ ਜਿਹੜੀ ਸਾਧਨਾ ਹੈ ਪਰਮਾਤਮਾ ਦੇ ਘਰ ਅੰਦਰ ਪ੍ਰਵਾਨ ਹੋ ਜਾਂਦੀ ਹੈ। ਆਪਸ ਕੋ ਜੋ ਜਾਣੈ ਨੀਚਾ, ਸੋਈ ਗਨੀਐ ਸਭ ਤੇ ਉੱਚਾ। ਜਿਹੜੇ ਗੁਰਸਿੱਖ ਹੁੰਦੇ ਨੇ ਉਹਨਾਂ ਵਿੱਚ ਬੜੀ ਨਿਮਰਤਾ ਹੁੰਦੀ ਹੈ।
ਭਾਈ ਗੁਰਦਾਸ ਦੇ ਮੈਨੂੰ ਬਚਨ ਯਾਦ ਆਏ। ਉਹ ਲਿਖਦੇ ਹਨ ਕਿ ਗੁਰਸਿੱਖਾਂ ਦੇ ਹੱਥ ਵੀ ਸਫਲ ਹਨ। ਕਿਉਂ? ਗੁਰਮੁਖ ਹੱਥ ਸਕੱਥ ਹਨ, ਸਾਧ ਸੰਗਤ ਗੁਰ ਕਾਰ ਕਮਾਵੇ। ਉਹ ਗੁਰੂ ਕੇ ਸਿੱਖਾਂ ਦੀ ਸੇਵਾ ਕਰਦੇ ਨੇ, ਜਿਸ ਕਰਕੇ ਉਹਨਾਂ ਦੇ ਹੱਥ ਸਫਲ ਨੇ। ਪਾਣੀ ਪੱਖਾ ਪੀਹਣਾ, ਚਰਨ ਧੋਏ ਚਰਣਾ ਅੰਮ੍ਰਿਤ ਪਾਵੇ। ਹੁਣ ਤੇ ਸਮਾਂ ਹੀ ਬੜਾ ਅਪਗ੍ਰੇਡ ਹੋ ਗਿਆ, ਮਾਡਰਨ ਹੋ ਗਿਆ। ਪਹਿਲਿਆਂ ਸਮਿਆਂ ਵੇਲੇ ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਆਏ, 10 ਪਾਤਸ਼ਾਹੀਆਂ ਆਈਆਂ, ਉਦੋਂ ਸਾਧ ਸੰਗਤ ਜੀ ਗੁਰੂ ਕੇ ਸਿੱਖ ਜਿਹੜੇ ਸਨ ਭਾਵਨਾ ਵਾਲੇ, ਉਹ ਦਰਿਆਵਾਂ ਦੇ ਵਿੱਚੋਂ ਪਾਣੀ ਲੈ ਕੇ ਆਉਂਦੇ ਸੀ। ਪਾਣੀ ਪੱਖਾ ਪੀਹਣਾ, ਦਰਿਆਵਾਂ ਦੇ ਵਿੱਚੋਂ ਪਾਣੀ ਲਿਆਉਣਾ ਗੁਰੂ ਕੇ ਲੰਗਰਾਂ ਦੇ ਵਾਸਤੇ, ਗੁਰੂ ਕੀ ਸੰਗਤ ਦੇ ਇਸ਼ਨਾਨ ਵਾਸਤੇ। ਇੱਥੇ ਬਸ ਨਹੀਂ, ਪਾਣੀ ਪੱਖਾ ਜਦੋਂ ਗਰਮੀਆਂ ਦੀ ਰੁੱਤ ਹੋਣੀ, ਦੂਰ ਦਰਿੜਿਆਂ ਤੋਂ ਸੰਗਤਾਂ ਨੇ ਆਉਣਾ, ਉਹਨਾਂ ਸਿੱਖਾਂ ਨੇ ਪੱਖੇ ਚੱਕ ਲੈਣੇ, ਹੱਥ ਦੇ ਨਾਲ ਗੁਰੂ ਕੀ ਸੰਗਤ ਨੂੰ ਹਵਾ ਚੱਲਣੀ। ਪਾਣੀ ਪੱਖਾ ਪੀਹਣਾ, ਜਦੋਂ ਪੱਖੇ ਤੋਂ ਵੇਲ ਮਿਲਣੀ, ਫਿਰ ਸਾਧ ਸੰਗਤ ਜੀ ਚੱਕੀ ਦੇ ਵਿੱਚ ਦਾਣੇ ਪਾ ਕਰਕੇ ਚੱਕੀ ਚਲਾਉਣੀ, ਆਟਾ ਤਿਆਰ ਕਰਨਾ। ਪਾਣੀ ਪੱਖਾ ਪੀਹਣਾ, ਚਰਨ ਧੋਏ ਚਰਣਾ ਅੰਮ੍ਰਿਤ ਪਾਵੇ। ਗੁਰੂ ਸਾਹਿਬਾਨਾਂ ਦੇ ਚਰਨ ਧੋਣੇ, ਗੁਰਸਿੱਖਾਂ ਦੇ ਚਰਨ ਧੋਣੇ। ਫਿਰ ਜੇ ਸਮਾਂ ਮਿਲਣਾ, ਗੁਰਬਾਣੀ ਲਿਖ ਪੋਥੀਆਂ, ਕਲਮ ਲੈ ਲੈਣੀ ਤੇ ਗੁਰਬਾਣੀ ਦੀਆਂ ਪੋਥੀਆਂ ਲਿਖਣੀਆਂ। ਤਾਲ ਮ੍ਰਿਦੰਗ ਰਬਾਬ ਵਜਾਵੇ। ਫਿਰ ਕਹਿੰਦੇ ਰਬਾਬ ਚੁੱਕ ਲੈਣਾ, ਗੁਰਬਾਣੀ ਦਾ ਕੀਰਤਨ ਕਰਨਾ। ਐਸਾ ਚਾਉ ਉਹਨਾਂ ਗੁਰਸਿੱਖਾਂ ਦੇ ਸਾਧ ਸੰਗਤ ਜੀ ਮਨਾਂ ਅੰਦਰ ਹੋਇਆ ਕਰਦਾ ਸੀ। ਐਸੇ ਜਿਹੜੇ ਗੁਰਸਿੱਖ ਨੇ, ਭਾਈ ਗੁਰਦਾਸ ਕਹਿੰਦੇ ਉਹਨਾਂ ਦਾ ਜਨਮ ਸਫਲ ਹੈ। ਗੁਰਮੁਖ ਜਨਮ ਸਿਕਾਰਥਾ, ਗੁਰਬਾਣੀ ਪੜ ਸਮਝ ਸਮਝੇਹੀ। ਕਿਉਂਕਿ ਉਹ ਆਪ ਬਾਣੀ ਪੜ੍ਹਦੇ ਨੇ, ਹੋਰਾਂ ਗੁਰਸਿੱਖਾਂ ਨੂੰ ਬਾਣੀ ਪੜ੍ਹਾਉਂਦੇ ਨੇ। ਗੁਰਬਾਣੀ ਕੀ ਆਖਦੀ ਹੈ ਉੱਥੇ ਪਹਿਰਾ ਦਿੰਦੇ ਨੇ, ਗੁਰਬਾਣੀ ਨੂੰ ਹਿਰਦੇ ਦੇ ਅੰਦਰ ਵਸਾ ਕਰਕੇ ਫਿਰ ਕਮਾਈ ਕਰਦੇ ਨੇ। ਪਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਹੜੇ ਹੰਕਾਰੀ ਨੇ, ਆਪਣੀ ਵਿਚਾਰ ਸੀ ਉਹ ਰਾਜੇ ਵਾਲੀ, ਉਹਦੀ ਮੌਤ ਹੋ ਗਈ। ਇਹੀ ਜਿਹੜਾ ਅਜ਼ਰਾਈਲ ਫਰਿਸ਼ਤਾ ਅੱਗੇ ਜਾ ਰਿਹਾ ਹੈ। ਇੱਕ ਨੇਕ ਮੁਸਲਮਾਨ, ਇਸਲਾਮ ਧਰਮ ਦੇ ਅੰਦਰ ਜਿਹੜਾ ਬੰਦਾ 5 ਵਕਤ ਦੀ ਨਮਾਜ਼ ਪੜ੍ਹਦਾ ਹੈ ਨਾ, ਤੇ ਅੱਲਾਹ ਤੇ ਵਿਸ਼ਵਾਸ ਰੱਖਦਾ ਹੈ, ਕੁਰਾਨ ਤੇ ਵਿਸ਼ਵਾਸ ਰੱਖਦਾ ਹੈ, ਉਹ ਆਪਣੇ ਧਰਮ ਦੇ ਵਿੱਚ ਪਰਪੱਕ ਹੈ। ਦੁਨੀਆ ਦੇ ਅੰਦਰ ਬੜੇ ਧਰਮ ਨੇ, ਗੁਰੂ ਗ੍ਰੰਥ ਸਾਹਿਬ ਨੇ ਕਿਸੇ ਧਰਮ ਦਾ ਖੰਡਨ ਨਹੀਂ ਕੀਤਾ, ਮਾੜਾ ਨਹੀਂ ਕਿਹਾ। ਮਹਾਰਾਜ ਨੇ ਕਿਹਾ ਜੇ ਹਿੰਦੂ ਹੈ ਤੇ ਹਿੰਦੂ ਆਪਣੇ ਧਰਮ ਦੇ ਵਿੱਚ ਪਰਪੱਕ ਰਹੇ, 3 ਵਕਤ ਦੀ ਸੰਧਿਆ ਕਰੇ ਤੇ ਉਹਦਾ ਵਿਸ਼ਵਾਸ ਗੀਤਾ ਤੇ ਹੋਵੇ। ਮੇਰੇ ਸਿੱਖ ਅੰਮ੍ਰਿਤ ਵੇਲੇ 5 ਬਾਣੀਆਂ ਦਾ ਨਿਤਨੇਮ ਕਰਨ, ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ, ਸੌਣ ਲੱਗਿਆਂ ਕੀਰਤਨ ਸੋਹਲੇ ਦਾ ਪਾਠ। ਇਸ ਤੋਂ ਇਲਾਵਾ ਜਿੰਨੀ ਗੁਰਸਿੱਖ ਬਾਣੀ ਪੜ੍ਹ ਸਕਦਾ ਹੈ, ਕੋਈ ਪਾਬੰਦੀ ਨਹੀਂ। ਤੇ ਗੁਰੂ ਕੇ ਸਿੱਖ ਦਾ ਜਿਹੜਾ ਵਿਸ਼ਵਾਸ ਹੈ ਉਹ ਗੁਰੂ ਤੇ ਹੋਣਾ ਚਾਹੀਦਾ ਹੈ। ਜਿਵੇਂ ਵਿਸ਼ਵਾਸ ਸੀ ਭਾਈ ਮਤੀ ਦਾਸ ਦਾ, ਜਿਵੇਂ ਵਿਸ਼ਵਾਸ ਸੀ ਭਾਈ ਸਹਿਬ ਭਾਈ ਮਨੀ ਸਿੰਘ ਜੀ ਦਾ, ਬੰਦ-ਬੰਦ ਕੱਟਿਆ ਜਾ ਰਿਹਾ ਹੈ। ਪਰ ਹੈਰਾਨੀ ਦੀ ਗੱਲ ਹੈ, ਉਹਨਾਂ ਦੇ ਜੀਭਾਂ ਤੋਂ ਸੁਖਮਣੀ ਸਾਹਿਬ ਦੀ ਬਾਣੀ ਦਾ ਜਾਪ ਆ ਰਿਹਾ ਹੈ। ਗੁਰੂ ਕਾ ਸਿੱਖ ਡੋਲਿਆ ਨਹੀਂ। ਸੱਚ ਇਹ ਵੇ, ਜਦੋਂ ਸਿੱਖ ਫਿਰ ਗੁਰੂ ਦਾ ਬਣ ਜਾਂਦਾ ਹੈ,
ਫਿਰ ਸਿੱਖ ਨੂੰ ਗੁਰੂ ਆਂਚ ਨਹੀਂ ਆਉਣ ਦਿੰਦਾ, ਸਾਰਾ ਦੁੱਖ ਆਪਣੇ ਤੇ ਲੈ ਲੈਂਦਾ ਹੈ। ਬਹਾਦਰ ਬਾਬਾ ਬਿਧੀ ਚੰਦ ਦਾ ਇਤਿਹਾਸ ਪੜ੍ਹੀਏ ਨਾ, ਪੱਟੀ ਦੀ ਧਰਤੀ ਤੇ ਦੁਸ਼ਾਲੇ ਲੈਣ ਵਾਸਤੇ ਜਾਂਦਾ ਹੈ। ਗੁਰੂ ਨਾਨਕ ਦੀ 6ਵੀਂ ਜੋਤ, ਮਹਾਨ ਸ਼ੂਰਬੀਰ ਯੋਧੇ, ਦਲ ਭੰਜਨ ਗੁਰ ਸੂਰਮਾ, ਬੜ ਜੋਧਾ ਬਹੁ ਪਰ ਉਪਕਾਰੀ। ਗੁਰੂ ਹਰਗੋਬਿੰਦ ਮਹਾਰਾਜ ਸਾਧ ਸੰਗਤ ਜੀ ਡੋਲੀ ਭਾਈ ਵਿਖੇ ਸੁਭਾਈਮਾਨ ਹਨ। ਅੱਜ ਕੱਲ੍ਹ ਮੋਗੇ ਜ਼ਿਲ੍ਹਾ ਦੇ ਅੰਦਰ ਹੈ, ਪਹਿਲਾਂ ਫਰੀਦਕੋਟ ਜ਼ਿਲ੍ਹੇ ਅੰਦਰ ਹੋਇਆ ਕਰਦਾ ਸੀ ਇਹ ਨਗਰ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਸਰੀਰ ਦੇ ਉੱਪਰ ਬੜਾ ਪਾਣੀ ਪਵਾਇਆ ਹੈ। ਦੂਸਰੇ ਪਾਸੇ ਭਾਈ ਬਿਧੀ ਚੰਦ ਪੱਟੀ ਦੀ ਧਰਤੀ ਤੇ ਜਲਦੇ ਹੋਏ ਭੱਠ ਦੇ ਅੰਦਰ ਬੈਠ ਗਿਆ ਹੈ। ਪਰ ਸੱਚੇ ਪਾਤਸ਼ਾਹ ਨੇ ਭਾਈ ਬਿਧੀ ਚੰਦ ਦਾ ਇੱਕ ਰੂਮ ਵੀ ਅਗਨ ਦੇ ਵਿੱਚ ਪੇਟਾ ਨਹੀਂ ਸੀ ਹੋਣ ਦਿੱਤਾ। ਇਹ ਹੈ ਪ੍ਰੇਮ। ਜਿਹੜੇ ਗੁਰਸਿੱਖਾਂ ਦੀ ਭਾਵਨਾ ਬਣ ਜਾਂਦੀ ਹੈ, ਉਹ ਫਿਰ ਗੁਰੂ ਤੋਂ ਕੁਰਬਾਨ ਹੋ ਜਾਂਦੇ ਨੇ। ਗੁਰੂ ਉਹਨਾਂ ਦੇ ਅੰਗ ਸੰਗ ਹੈ। ਗੁਰੂ ਤੇ ਉਹਨਾਂ ਦਾ ਬੜਾ ਵਿਸ਼ਵਾਸ ਹੁੰਦਾ ਹੈ, ਭਰੋਸਾ ਹੁੰਦਾ ਹੈ। ਮੈਂ ਸੁਬਾਹ ਵੀ ਬੇਨਤੀ ਕੀਤੀ ਸੀ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੂੰ ਕੌਣ ਨਹੀਂ ਜਾਣਦਾ। ਜਿਹੜੀ ਗੱਲ ਉਹਨਾਂ ਨੇ ਜੀਭਾਂ ਤੋਂ ਕੱਢੀ, ਉਹਨਾਂ ਬਚਨਾਂ ਨੂੰ ਉਹਨਾਂ ਨੇ ਆਪਣੇ ਹਿਰਦੇ ਅੰਦਰ ਕਮਾਇਆ। ਇਹ ਨਹੀਂ ਕਿ ਸਟੇਜ ਤੇ ਕੁਝ ਹੋਰ ਤੇ ਹਿਰਦੇ ਦੇ ਵਿੱਚ ਕੁਝ ਹੋਰ। ਉਸ ਮਹਾਂਪੁਰਖ ਦੀ ਸਾਧਨਾ ਹੈ 101 ਪਾਠ ਜਪਜੀ ਸਾਹਿਬ ਦਾ, ਆਸਾ ਜੀ ਦੀ ਵਾਰ ਦਾ ਨਿਤਨੇਮ, ਸੁਖਮਣੀ ਸਾਹਿਬ ਦਾ ਨਿਤਨੇਮ, ਤੇ ਮਹੀਨੇ ਦੇ ਅੰਦਰ ਸਹਿਜ ਪਾਠ ਦਾ ਭੋਗ ਪਾਇਆ ਕਰਦੇ ਸਨ। ਗੁਰੂ ਦੇ ਨਾਲ ਅਥਾਹ ਪ੍ਰੇਮ, ਗੁਰੂ ਦੇ ਨਾਲ ਬੜੀ ਸ਼ਰਧਾ। ਫਿਰ ਜਿੰਨਾ ਗੁਰਸਿੱਖਾਂ ਅੰਦਰ ਸ਼ਰਧਾ ਹੁੰਦੀ ਹੈ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਨ ਹਾਰਾ। ਚਾਹੇ ਹਿੰਦੁਸਤਾਨ ਦੀ ਸਰਕਾਰ ਨੇ ਉਹਨਾਂ ਦੀ ਫੋਟੋ ਤੇ ਬੈਨ, ਸਾਡੇ ਨੌਜਵਾਨਾਂ ਦੇ ਹਿਰਦਿਆਂ ਦੇ ਅੰਦਰ ਉਹ ਮਹਾਂਪੁਰਖ ਵਸਦੇ ਨੇ। ਕਾਰਨ ਕੀ? ਕਿਉਂਕਿ ਉਹ ਸੱਚੇ ਮਾਰਗ ਤੇ ਚੱਲੇ ਸਨ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਫਿਰ ਆ ਸਾਰਾ ਸੰਸਾਰ, ਸਾਰਾ ਜਹਾਨ ਉਹਨਾਂ ਸਤਿਪੁਰਸ਼ਾਂ ਦੀ ਵਡਿਆਈ ਕਰਦਾ ਹੈ। ਰਹੋ ਵਿਚਾਰ, ਧਰਮ ਕੋਈ ਮਾੜਾ ਨਹੀਂ, ਭਾਵੇਂ ਇਸਲਾਮ ਧਰਮ ਹੈ, ਹਿੰਦੂ ਧਰਮ ਹੈ, ਬੜੇ ਧਰਮ ਨੇ, ਪਰ ਸਿੱਖ ਨੂੰ ਆਪਣੇ ਧਰਮ ਦੇ ਵਿੱਚ ਪ੍ਰਪੱਖ ਰਹਿਣਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਗੁਰੂ ਮੇਰਾ ਹਾਜ਼ਰ ਨਾਜ਼ਰ ਹੈ, ਗੁਰੂ ਮੇਰਾ ਅੰਗ ਸੰਗ ਹੈ। ਸਾਧ ਸੰਗਤ ਜੀਓ, ਨੇਕ ਮੁਸਲਮਾਨ, 5 ਵਕਤ ਦੀ ਨਮਾਜ਼ ਪੜ੍ਹਨ ਵਾਲਾ, ਕੁਰਾਨ ਤੇ ਵਿਸ਼ਵਾਸ ਰੱਖਣ ਵਾਲਾ ਤੁਰਿਆ ਆ ਰਿਹਾ ਹੈ। ਇੰਨੇ ਸਮੇਂ ਨੂੰ ਮੌਤ ਦਾ ਫਰਿਸ਼ਤਾ ਉਸ ਨੂੰ ਮਿਲਦਾ ਹੈ, ਵਾਲੇਕਮ ਸਲਾਮ ਕਰਦਾ ਹੈ। ਪੁੱਛਦਾ ਤੁਸੀਂ ਕੌਣ ਹੈ? ਕਹਿਣ ਲੱਗਾ ਮੈਂ ਮੌਤ ਦਾ ਫਰਿਸ਼ਤਾ। ਉਸ ਨੂੰ ਚਾਅ ਚੜ ਗਿਆ ਕਿ ਅੱਜ ਮੈਂ ਸਰੀਰ ਛੱਡਾਂਗਾ, ਜਾ ਕਰਕੇ ਅੱਲਾਹ ਪਾਕ ਦੇ ਦਰਸ਼ਨ ਕਰਾਂਗਾ। ਕਿਉਂਕਿ ਮਹਾਤਮਾ ਦੇ ਵਿੱਚ ਗੁਣ ਹੁੰਦਾ ਹੈ, ਚਾਹੇ ਮਹਾਤਮਾ ਸਿੱਖ ਧਰਮ ਵਿੱਚੋਂ ਹੈ, ਚਾਹੇ ਹਿੰਦੂ ਧਰਮ ਵਿੱਚੋਂ ਹੈ, ਬੋਧੀ ਧਰਮ ਵਿੱਚੋਂ ਹੈ, ਇਸਲਾਮ ਧਰਮ ਵਿੱਚੋਂ ਹੈ। ਉਹਨਾਂ ਦੇ ਹਿਰਦਿਆਂ ਦੇ ਵਿੱਚੋਂ ਮੌਤ ਦਾ ਪੈ ਨਿਕਲ ਜਾਂਦਾ ਹੈ। ਉਹ ਤੇ ਆਪਣੇ ਸਰੀਰ ਨੂੰ ਨਾਤਵੰਤ ਸਮਝਦੇ ਨੇ, ਉਸ ਖੁਦਾ ਦੇ ਨਾਲ, ਪਰਮਾਤਮਾ ਦੇ ਨਾਲ ਪ੍ਰੀਤੀ ਕਰਦੇ ਨੇ। ਰਹੋ ਵਿਚਾਰ, ਉਸ ਮੁਸਲਮਾਨ ਨੇਕ ਨੂੰ ਬੜਾ ਚਾਅ ਚੜਿਆ, ਬੜਾ ਖੁਸ਼ ਹੋਇਆ। ਮੌਤ ਦਾ ਫਰਿਸ਼ਤਾ ਕਹਿਣ ਲੱਗਾ ਆਪ ਜੀ ਕਿੱਥੇ ਜਾ ਰਹੇ ਸੀ? ਕਹਿਣ ਲੱਗਾ ਕਿਸੇ ਕਾਜ ਵਾਸਤੇ, ਕੰਮ ਵਾਸਤੇ। ਕਹਿਣ ਲੱਗੇ ਆਪ ਜੀ ਕਰਕੇ ਆਓ। ਉਹ ਕਹਿਣ ਲੱਗਾ ਨਹੀਂ, ਬਸ ਤੂੰ ਮੇਰੇ ਸਵਾਸ ਕੱਢ, ਮੈਂ ਜਾ ਕੇ ਅੱਲਾਹ ਦੇ ਪਾਕ ਦੇ, ਖੁਦਾ ਦੇ ਦਰਸ਼ਨ ਕਰਾਂ। ਇਹ ਹੁੰਦਾ ਵਿਸ਼ਵਾਸ, ਭਰੋਸਾ, ਸ਼ਰਧਾ। ਮੌਤ ਬਾਦਸ਼ਾਹ ਦੀ ਵੀ ਆਈ, ਪਰ ਮੌਤ ਨੂੰ ਸੁਣ ਕੇ ਉਹ ਪੁੱਬਾ ਮਾਰ ਕੇ ਰੋਇਆ। ਮੌਤ ਇੱਕ ਨੇਕ ਮੁਸਲਮਾਨ ਦੀ ਵੀ ਆਉਂਦੀ ਹੈ, ਉਹ ਬੜਾ ਖੁਸ਼ ਹੋ ਰਿਹਾ ਹੈ। ਪਰ ਗਰੀਬ ਨਵਾਜ਼ ਗੁਰੂ ਅਰਜਨ ਸਾਹਿਬ ਜੀ ਕਹਿੰਦੇ
ਹੰਕਾਰ ਨਾ ਕਰ। ਸਿਰ ਲੱਗਾ ਜਮ ਡੰਡ, ਜਦੋਂ ਜਮਾਂ ਦਾ ਡੰਡਾ ਤੇਰੇ ਸਿਰ ਵਿੱਚ ਪਵੇਗਾ, ਤਾਂ ਪਛਤਾਨਿਆ, ਉਦੋਂ ਤੂੰ ਬੜਾ ਪਛਤਾਤਾਪ ਕਰੇਗਾ। ਬਿਨ ਪੂਰੇ ਗੁਰਦੇਵ, ਗੁਰਨਾਮ ਗੁਰੂ ਦੇਵ ਨਾਮ ਜੋ ਪ੍ਰਕਾਸ਼ ਸਰੂਪ ਹੈ, ਬਿਨਾ ਗੁਰੂ ਤੋਂ ਫਿਰੈ ਸੈਤਾਨਿਆ, ਸ਼ੈਤਾਨਾਂ ਦੇ ਵਾਂਗ ਤੁਰਿਆ ਫਿਰਦਾ ਹੈ। ਕਿਉਂਕਿ ਗੁਰੂ ਤੋਂ ਬਿਨਾ ਸੁਖ ਨਹੀਂ, ਗੁਰੂ ਤੋਂ ਬਿਨਾ ਟਿਕਾਊ ਨਹੀਂ, ਗੁਰੂ ਤੋਂ ਬਿਨਾ ਸ਼ਾਂਤੀ ਨਹੀਂ। ਭੱਟਾਂ ਦੀ ਬਾਣੀ ਪੜ੍ਹੀਏ ਤੇ ਭੱਟ ਸਾਹਿਬਾਨ ਕਹਿੰਦੇ ਨੇ, ਗੁਰਬਿਨ ਘੋਰ ਅੰਧਾਰ, ਗੁਰਬਿਨ ਸੁਰਤ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਭੱਟ ਸਾਹਿਬਾਨ ਕਹਿੰਦੇ, ਗੁਰੂ ਤੋਂ ਬਿਨਾ ਗਿਆਨ ਨਹੀਂ, ਗੁਰੂ ਤੋਂ ਬਿਨਾ ਧਿਆਨ ਨਹੀਂ, ਤੇ ਗੁਰੂ ਤੋਂ ਬਿਨਾ ਕਲਿਆਣ ਨਹੀਂ। ਆਸਾ ਜੀ ਦੀ ਵਾਰ ਪੜ੍ਹੀਏ ਤੇ ਮਹਾਰਾਜ ਕਹਿੰਦੇ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਦੁਨੀਆ ਤੇ ਲੱਖਾਂ ਚੰਦਰਮੇ ਚੜ ਜਾਣ, ਪਰ ਕਹਿੰਦੇ ਗੁਰੂ ਤੋਂ ਬਿਨਾ ਕੁੱਪ ਹਨੇਰਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜਦੋਂ ਆਗਮਨ ਹੁੰਦਾ ਹੈ, ਭਾਈ ਗੁਰਦਾਸ ਨੇ ਸ਼ਬਦ ਵਰਤੇ, ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਉਹ ਕਿਹੜੀ ਧੁੰਦ ਸੀ? ਅਗਿਆਨਤਾ ਦੀ ਧੁੰਦ। ਧੁੰਦ ਜਿਹੜੀ ਹੈ ਉਹ ਚਿੱਟੀ ਹੁੰਦੀ ਹੈ, ਧੂੰਆਂ ਵੀ ਚਿੱਟਾ ਹੁੰਦਾ ਹੈ। ਪਰ ਗਰੀਬ ਨਵਾਜ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਕਰਕੇ ਸੰਸਾਰ ਵਿੱਚੋਂ ਅਗਿਆਨਤਾ ਦੀ ਧੁੰਦ ਜਿਹੜੀ ਹੈ ਖਤਮ ਹੋ ਗਈ ਹੈ। ਅਗਲਾ ਬਚਨ ਵਰਤਿਆ, ਜਿਉ ਕਰ ਸੂਰਜ ਨਿਕਲਿਆ, ਤਾਰੇ ਛਪੇ ਹਨੇਰ ਪਲੋਆ। ਜਿਵੇਂ ਸੂਰਜ ਚੜ੍ਹਦਾ ਹੈ, ਤਾਰੇ ਅਲੋਪ ਹੋ ਜਾਂਦੇ ਨੇ। ਤੀਸਰਾ ਬਚਨ, ਸਿੰਘ ਬੁਕੇ ਮਿਰਗਾਵਲੀ, ਪੰਨੀ ਜਾਏ ਨਾ ਤੀਰ ਤਰੋਆ। ਮਿਰਗ ਨਾਮ ਹੈ ਹਿਰਨਾਂ ਦਾ, ਕਹਿੰਦੇ ਸਿੰਘ ਨਾਮ ਸ਼ੇਰ ਦਾ। ਜਦੋਂ ਸ਼ੇਰ ਇੱਕ ਭਬਕ ਮਾਰੇ, ਮਿਰਗਾਂ ਦੀਆਂ ਡਾਰਾਂ ਜਿਹੜੀਆਂ ਨੇ ਦੌੜ ਜਾਂਦੀਆਂ ਨੇ। ਗੁਰੂ ਨਾਨਕ ਸਾਹਿਬ ਜੀ ਸ਼ੇਰ ਦੀ ਨਿਆਈ ਹਨ। ਦੰਭ ਰੂਪੀ ਜਿਹੜੇ ਹਿਰਨ ਹਨ, ਸਾਰੇ ਦੌੜ ਗਏ ਹਨ। ਅਗਲਾ ਬਚਨ ਭਾਈ ਗੁਰਦਾਸ ਦਾ, ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਨ ਥਾਪਣ ਸੁਆ। ਜਿੱਥੇ ਗੁਰੂ ਨਾਨਕ ਬਾਬੇ ਨੇ ਪਾਕ ਪਵਿੱਤਰ ਚਰਨ ਰੱਖੇ, ਉਹ ਧਰਤੀ ਪੂਜਨੀਕ ਹੋ ਗਈ, ਸੋਭਨੀਕ ਹੋ ਗਈ। ਤੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਬਿਨ ਪੂਰੇ ਗੁਰਦੇਵ, ਪੂਰਿਆਂ ਗੁਰਾਂ ਤੋਂ ਬਿਨਾਂ ਇਹ ਬਾਵਰਾ ਹੋਇਆ ਫਿਰਦਾ ਹੈ। ਪੂਰਿਆਂ ਗੁਰਾਂ ਦੇ ਨਾਮ ਤੋਂ ਬਿਨਾਂ ਬਾਵਰਾ ਹੋਇਆ ਫਿਰਦਾ ਹੈ। ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਕਹਿੰਦੇ ਨਾਮ ਤੋਂ ਬਿਨਾਂ ਝੱਲਾ ਹੋਇਆ ਫਿਰਦਾ ਹੈ। ਪਰ ਜਿਹੜੇ ਗੁਰਮੁਖ ਨੇ, ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਨਜ਼ਰ ਆਉਂਦਾ ਹੈ। ਉਹਨਾਂ ਦੀ ਐਸੀ ਅਵਸਥਾ ਬਣ ਜਾਂਦੀ ਹੈ, ਹਰ ਬਿਨ ਕਛੂ ਨਾ ਲੱਗ ਗਈ, ਭਗਤਨ ਕੋ ਮੀਠਾ। ਆਨ ਸੁਆਦ ਸਭ ਫੀਕਿਆ, ਕਰ ਨਿਰਨੋ ਡੀਠਾ। ਰੱਬ ਦੇ ਪਿਆਰਿਆਂ ਨੂੰ, ਭਗਤਾਂ ਤੋਂ, ਪਰਮਾਤਮਾ ਤੋਂ ਬਿਨਾਂ ਕੋਈ ਚੀਜ਼ ਚੰਗੀ ਨਹੀਂ ਲੱਗਦੀ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਅਗਾਹਾਂ ਤੋਂ ਸਮੱਤ ਬਖਸ਼ਣੀ ਜੀ। ਸਿਰ ਲੱਗਾ ਜਮ ਡੰਡ, ਤਾ ਪਛਤਾਨਿਆ, ਬਿਨ ਪੂਰੇ ਗੁਰਦੇਵ, ਫਿਰੈ ਸੈਤਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।